ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅੱਜ ਬੜੀ ਦੇਰ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਵਾਪਸ ਆ ਕੇ ਤੇ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰਨ ਲੱਗੇ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਅੱਜ ਤਾਂ ਦੁਬਾਰਾ ਆਪਾਂ ਆਪਣੀਆਂ ਪੱਖੀਆਂ ਦੇ ਕੋਲ ਆਪਣੇ ਘਰ ਦੇ ਵਿੱਚ ਆਪਣੇ ਵਿਹੜੇ 'ਚ ਬੈਠ ਕੇ ਪ੍ਰੋਗਰਾਮ ਕਰਨ ਲੱਗੇ ਹਾਂ। ਬਈ ਇੰਨੇ ਸੱਜਣਾ ਨੇ ਮੈਨੂੰ ਸੁਨੇਹੇ ਭੇਜੇ ਜੀ ਵੀ ਤੁਹਾਡੀਆਂ ਪੱਖੀਆਂ ਕਿੱਧਰ ਗਈਆਂ। ਮੈਂ ਕਿਹਾ ਵੀ ਅਸੀਂ ਸਵਾਰਥੀ ਨਹੀਂ ਹੈਗੇ ਵੀ ਆਪ ਹੀ ਝੱਲੀ ਜਾਈਏ ਗਰਮੀ ਦੇ ਮੌਸਮ ਦੇ ਵਿੱਚ, ਅਸੀਂ ਅੱਗੇ ਦੇ ਜੰਨੇ ਹੁੰਨੇ ਆ। ਸੋ ਐਤਕੀ ਹੁਣ ਅਸੀਂ ਫਿਰ ਪੱਖੀਆਂ ਲੈ ਲਈਆਂ, ਮਗਰ ਉਵੇਂ ਸਾਈਕਲ ਖੜਾ ਕਰ ਲਿਆ। ਬਹਿ ਮੇਰੇ ਸਾਈਕਲ ਤੇ ਮੈਂ ਟੱਲੀਆਂ ਵਜਾਉਂਦਾ ਆਉਂ। ਆਏ ਹਾਏ, ਇਦਾਂ ਦੇ ਗਾਣੇ ਅਸੀਂ ਚੇਤੇ ਦੇ ਵਿੱਚ ਵਸਾ ਕੇ ਰੱਖਦੇ ਆ। ਨਹੀਂ ਆਉਂ ਕਿ ਜਾਉਂ, ਮੇਰੀ ਮਰਜ਼ੀ, ਆਵਾਂ ਜਾਂ ਜਾਵਾਂ, ਤੁਹਾਨੂੰ ਕੀ। ਸਾਈਕਲ ਮੇਰਾ, ਟੱਲੀ ਮੇਰੀ। ਮੈਂ ਵੀ ਕਹਿ ਕੁਝ ਗੜਬੜ ਲੱਗ ਰਹੀ ਹੈ। ਕੁਛ ਵੀ ਹੋਵੇ, ਜਦੋਂ ਗਾਣਾ ਮੇਰਾ, ਜੀ, ਸਾਈਕਲ ਮੇਰਾ, ਟੱਲੀ ਮੇਰੀ, ਸਮਾਂ ਮੇਰਾ, ਜਾਵਾਂ ਜਾਂ ਆਵਾਂ। ਠੀਕ ਹੈ ਜੀ, ਬਿਲਕੁਲ ਵਧੀਆ। ਤੇ ਟਾਣਾ ਸਾਹਿਬ, ਮੌਸਮ ਕਿਵੇਂ ਹੈ? ਮੌਸਮ ਵੀ ਪੰਜਾਬ ਦਾ ਬੜਾ ਤੱਤਾ, ਪਰ ਮੀਂਹ ਵੀ ਪੈ ਰਿਹਾ, ਕੁਝ ਕੁ ਥਾਵਾਂ ਤੇ ਪੈ ਗਿਆ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਵੀ 8 ਤਰੀਕ ਤੱਕ ਪੰਜਾਬ ਦੇ ਵਿੱਚ ਕਿਤੇ ਕਿਤੇ ਬਦਲੀ ਆਉਣੀ ਹੈ, ਕਿਤੇ ਕਿਤੇ ਬਦਲੀ ਜਾਣੀ ਹੈ। ਛਮ 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 ਕਰਕੇ ਕਦੇ ਕਦੇ ਮੀਂਹ ਪੈਣਾ ਤੇ ਕਦੇ ਕਦੇ ਨਹੀਂ ਵੀ ਪੈਣਾ। ਕਹਿੰਦੇ ਤੇਜ਼ ਹਵਾਵਾਂ ਚੱਲਣੀਆਂ, ਕਦੇ ਕਦੇ ਨਹੀਂ ਵੀ ਚੱਲਣੀਆਂ। ਐ ਜੀ ਉਹਨਾਂ ਨੇ ਗੱਲ ਕਹੀ ਆ। ਕਦੇ ਕਦੇ ਮੈਂ ਤਾਂ ਕਹਿੰਦਾ ਵੀ ਇਹਨਾਂ ਦੀ ਗੱਲ ਤੇ ਯਕੀਨ ਕਰਨਾ ਜਾਂ ਨਾ ਕਰਨਾ ਤੁਹਾਡੀ ਮਰਜ਼ੀ ਹੈ। ਨਹੀਂ, ਪਰ ਫਿਰ ਮਤਲਬ ਅਸਲ ਅਸੀਂ ਕੀ ਹਾਲਾਤ ਸਮਝੀਏ ਪੰਜਾਬ ਦੇ? ਇਹ ਜਿਹੜੇ ਮੌਸਮ ਵਿਭਾਗ ਦੇ ਹਾਲਾਤ ਹੁੰਦੇ ਨਾ, ਇੱਕ ਪਿੰਡ ਦੇ ਸਰਪੰਚ ਵਾਲੀ ਗੱਲ ਹੁੰਦੀ ਹੈ। ਉਹਨੂੰ ਜਦੋਂ ਵੀ ਕੋਈ ਬੰਦੇ ਸਾਦੇ ਸੀ ਨਾ ਵੀ ਭਾਈ ਸਾਡਾ ਨਿਬੇੜਾ ਕਰਦੇ, ਸਾਡਾ ਮਸਲਾ ਵੱਧ ਗਿਆ, ਉਹਨੇ ਇਧਰਲੇ ਪਾਸੇ ਇੱਕ ਧਿਰ ਬਿਠਾ ਲੈਣੀ, ਦੂਜੇ ਪਾਸੇ ਦੂਜੀ ਧਿਰ, ਦੋਵਾਂ ਦੇ ਵਿਚਾਲੇ ਜਿਹਦੀ ਗੱਲ ਕਰਨੀ ਆ। ਉਹਨੇ ਕਹਿਣਾ ਵੀ ਦੇਖੋ ਸਹੀ ਤੁਸੀਂ ਵੀ ਆ, ਗਲਤ ਇਹ ਵੀ ਨਹੀਂ। ਅੱਛਾ ਜੀ। ਉਸੇ ਤਰੀਕੇ ਨਾਲ ਮੌਸਮ ਵਿਭਾਗ ਦੀ ਗੱਲ ਆ ਵੀ ਮੀਂਹ ਪੈ ਵੀ ਸਕਦਾ ਤੇ ਨਹੀਂ ਵੀ। ਬਿਲਕੁਲ ਸਹੀ। ਸੋ ਹੁਣ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰੋ। ਅੱਛਾ, ਤੁਸੀਂ ਨਹੀਂ ਕਰਨੀ ਅੱਜ? ਪਹਿਲਾਂ ਤੁਸੀਂ ਕਰੋ। ਦੇਖੋ, ਜਿਹੜੀ ਮੇਰੀ ਪੇਸ਼ਕਾਰੀ ਹੈ ਨਾ, ਉਹ ਕੋਈ ਵੀ ਨਿੱਜੀ ਤੌਰ ਦੇ ਉੱਤੇ, ਦਿਲ ਦੇ ਉੱਤੇ ਨਾ ਲਾਵੇ। ਖਾਸ ਕਰਕੇ ਮੇਰੇ ਨਾਲ ਬੈਠੇ ਕਾਲੇ ਕੋਟ ਵਾਲੇ ਲੋਕ ਤਾਂ ਬਿਲਕੁਲ ਨਾ ਲਾਉਣ। ਉਹ ਇਹ ਆ ਵੀ ਨੇਕੀ ਇਸ ਤਰੀਕੇ ਨਾਲ ਚੁੱਪਚਾਪ ਕਰੋ। ਨੇਕੀ ਇਸ ਤਰੀਕੇ ਦੇ ਨਾਲ ਬਿਲਕੁਲ ਚੁੱਪਚਾਪ ਕਰੋ ਜਿਵੇਂ ਘਰ ਦੇ ਵਿੱਚ ਬੰਦਾ ਸਾਰੇ ਕੰਮ ਕਰਦਾ ਪਰ ਬਾਹਰ ਕਿਤੇ ਭਿਣਕ ਵੀ ਨਹੀਂ ਲੱਗਣ ਦਿੰਦਾ। ਇਹਦਾ ਗੁੱਸਾ ਮੈਂ ਕਿਉਂ ਕਰਨਾ? ਕਈ ਵਾਰੀ ਹੁੰਦਾ ਨਾ ਵੀ ਭਾਈ ਔਰਤ ਮੁਖੀ ਇਹ ਤੁਸੀਂ ਚੱਜ ਦਾ ਵਿਚਾਰ ਪੇਸ਼ ਕੀਤਾ, ਐਡਾ ਹੀ ਗੱਲ ਹੈ ਨਹੀਂ ਗੀ। ਮੈਂ ਤਾਂ ਵੈਸੇ ਬਲਬਲੇ ਜੇ ਸਾਂਝੇ ਕੀਤੇ ਆ। ਕਹਿਣਾ ਸਭ ਧੱਕੇ ਨਾਲ ਹੀ ਹਰ ਥਾਂ ਤੇ ਮੈਨੂੰ ਨਾਲ ਜੋੜ ਦੇਣਾ ਹੁੰਦਾ ਤੁਸੀਂ। ਮੈਨੂੰ ਪਤਾ ਨਾ, ਆਦਤਾਂ ਨਾ ਪਤਾ 4 ਸਾਲਾਂ ਤੋਂ। ਇੱਥੇ ਕੋਈ ਵੀ ਮੈਨੂੰ ਬੁਰਾ ਲੱਗਣ ਵਾਲੀ ਗੱਲ ਹੈ ਨਹੀਂ ਸੀ, ਨਾ ਹੀ ਮੈਨੂੰ ਤੇ ਨਾ ਹੀ ਸਾਡੇ ਪਰਿਵਾਰ ਨੂੰ। ਫੇਰ ਕਾਹਦੇ ਲਈ ਐਡੀ ਭੂਮਿਕਾ ਬੰਨੀ ਸੀ? ਚਲੋ ਅਗਲੀ ਗੱਲ ਵੀ ਕਰੋ। ਅਗਲੀ ਗੱਲ ਵੀ ਕਰਦੇ ਆ ਟਾਣਾ ਸਾਹਿਬ। ਮੈਂ ਅੱਜ ਖੁਸ਼ ਬਹੁਤ ਆ। ਕਿਹੜੀ ਗੱਲੋਂ? ਸੱਚੀ ਬੜਾ ਸਕੂਨ ਮਿਲ ਰਿਹਾ ਆਪਣੇ ਘਰ ਵਿੱਚ ਆ ਕੇ। ਕਹਿੰਦੇ ਹੁੰਦੇ ਆ ਨਾ, ਜੋ ਸੁੱਖ ਛੱਜ ਦੇ ਚਬਾਰੇ ਉਹ ਬਲਖਣਾ ਬਖਾਰੇ, ਉਹੀ ਹਾਲ ਹੋਇਆ ਪਿਆ ਅੱਜ। ਗੱਲ ਇਹ ਆ ਵੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਪੰਜਾਬੀ ਭੈਣਾਂ ਭਰਾਵਾਂ ਨੇ ਪਿਆਰ ਦਿੱਤਾ, ਉਹਨਾਂ ਨੂੰ 100 ਵਾਰੀ ਸਲਾਮ। ਬਿਲਕੁਲ। ਜਿਸ ਤਰੀਕੇ ਨਾਲ ਬਸਰਾ ਪਰਿਵਾਰ ਨੇ ਦੇਖਭਾਲ ਕੀਤੀ, ਜਿਵੇਂ ਉਹਨਾਂ ਨੇ ਸਾਡੀ ਗੱਲਬਾਤ ਉੱਥੋਂ ਦੇ ਲੋਕਾਂ ਦੇ ਨਾਲ ਸਾਂਝੀ ਕਰਵਾਈ, ਉਹਦੇ ਲਈ ਦਿਲੀ ਤੌਰ ਤੇ ਸ਼ੁਕਰੀਆ। ਹੁਣ ਮੈਂ ਜੇ ਉਂਗਲਾਂ ਦੇ ਪੋਟਿਆਂ ਦੇ ਉੱਤੇ ਗਿਣ ਲੱਗ ਪਾ ਤਾਂ ਹੋ ਸਕਦਾ ਵੀ ਮੈਨੂੰ ਕਈ ਘੰਟੇ ਉੱਥੋਂ ਦੇ ਪੰਜਾਬੀਆਂ ਦੇ ਨਾਂ ਗਿਣਦਿਆਂ ਤੇ ਲੱਗ ਜਾਣ। ਬਿਲਕੁਲ। ਕਿਉਂਕਿ ਉੱਥੇ ਇੰਨੇ ਕੁ ਮਾਣਮੱਤੇ ਪੰਜਾਬੀ ਮਿਲੇ ਜਿਹੜੇ ਕਿ ਚੱਜ ਦਾ ਵਿਚਾਰ ਨੂੰ ਪਿਆਰ ਦਿੰਦੇ ਆ। ਦਿਲੀ ਤੌਰ ਤੇ ਸ਼ੁਕਰੀਆ ਜੀ। ਮੈਂ ਵੀ ਦਿਲੀ ਤੌਰ ਤੇ ਬਸਰਾ ਪਰਿਵਾਰ ਨੂੰ ਸ਼ੁਕਰੀਆ ਕਹਿਣਾ ਚਾਹੁੰਦੀ ਆ, ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ, ਇੰਨਾ ਮਾਣ, ਇੰਨਾ ਸਤਿਕਾਰ ਦਿੱਤਾ। ਉਸ ਤੋਂ ਬਾਅਦ ਜਿੰਨੇ ਵੀ ਨਿਊਜ਼ੀਲੈਂਡ ਦੇ ਵਿੱਚ ਵਸਦੇ ਪੰਜਾਬੀ ਨੇ, ਜਿਨ੍ਹਾਂ ਨੇ ਸਾਨੂੰ ਕਹਿ ਲਓ ਵੀ ਆਪਣੇ ਘਰ ਦੇ ਜੀਆਂ ਵਾਂਗੂ ਰੱਖਿਆ, ਉਹਨਾਂ ਸਾਰਿਆਂ ਨੂੰ ਦਿਲੋਂ ਪਿਆਰ ਹੈ ਤੇ ਦਿਲੋਂ ਸਲਾਮ ਹੈ। ਤੇ ਬਾਕੀ ਟਾਣਾ ਸਾਹਿਬ, ਹੁਣ ਆਪਾਂ ਖਬਰਾਂ ਵੱਲ ਨੂੰ ਚੱਲੀਏ। ਚੱਜ ਦਾ ਵਿਚਾਰ ਸਾਂਝਾ ਕਰੋ, ਐ ਬਹਿ ਬਹਿ ਕੇ ਜਿਹੜਾ ਨਿਕਲਣ ਦੀ ਗੱਲ ਨਾ ਕਰਿਆ ਕਰੋ। ਘਰ ਦਾ ਭੇਤੀ ਨਾ ਹਮੇਸ਼ਾ ਲੰਕਾ ਢਾਉਂਦਾ ਹੁੰਦਾ ਹੈ। ਮੈਂ ਆਉਂਦੇ ਹੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅੱਜ ਮੇਰੇ ਕੋਲੇ ਚੱਜ ਦਾ ਵਿਚਾਰ ਹੈ ਨਹੀਂ। ਤੁਸੀਂ 4 ਮਹੀਨਿਆਂ ਬਾਅਦ ਇਸ ਕੁਰਸੀ ਤੇ ਬੈਠੇ, ਚੱਜ ਦਾ ਵਿਚਾਰ ਫੇਰ ਹੈ ਨਹੀਂ। ਖੁਸ਼ੀ ਵੀ ਕੋਈ ਚੀਜ਼ ਹੁੰਦੀ ਹੈ। ਅੱਛਾ, ਖੁਸ਼ੀ ਦੇ ਵਿੱਚ ਭੁੱਲ ਜੋ ਕੰਮ ਕਰਨਾ। ਜੀ। ਖੁਸ਼ੀ ਦੇ ਵਿੱਚ ਤਨਖਾਹ ਲੈਣੀ ਨਹੀਂ ਭੁੱਲਦੇ ਆਪਾਂ। ਨਹੀਂ, ਇਦਾਂ ਕਦੀ ਹੋਇਆ ਨਹੀਂ। ਅੱਛਾ। ਖੁਸ਼ੀ ਤਾਂ ਅਸੀਂ ਇਹ ਵੀ ਕਹਿੰਦੇ ਹੁੰਦੇ ਆ ਵੀ ਟਾਣਾ ਸਾਹਿਬ ਵਾਲੀ ਵੀ ਇੱਧਰ ਹੀ ਪਾ ਦਿਓ। ਓਹ, ਇਟ ਇਜ਼ ਟੂ ਮਚ ਮਾਈ ਬ੍ਰੋ। ਹੈ? ਯੈਸ। ਟਾਣਾ ਸਾਹਿਬ, ਇਹ ਤਾਜ਼ਾ ਕਿੱਥੋਂ ਸਿੱਖਿਆ? ਉਹਦਾ ਵੈਸੇ ਗੋਰੇ ਦੇ ਨਾਲ ਮੇਰਾ ਮੋਢਾ ਜਿਹਾ ਖਿਆ ਸੀ ਉੱਥੇ, ਤੇ ਮੇਰੇ ਚ ਆ ਜਾਂਦੀ ਕਦੇ ਕਦੇ ਗੱਲ। ਹੁਣ ਓ ਮਾਈ ਗॉड, ਇੱਕ ਹੋਰ ਆਉਂਦੀ ਆ। ਜੇ ਕੋਈ ਬਾਹਲਾ ਬੋਲੇ ਮੇਰੇ ਨਾਲ ਬੈਠਾ, ਮੈਂ ਕਹਿੰਦਾ ਆਈ ਸੈਡ ਯੂ ਕੈਨ ਗੋ। ਹੈਲੋ। ਯੈਸ। ਇਹ ਕੁਝ ਕਰਨਗੇ ਤੇ ਆਪਾਂ ਹੁਣ ਖਬਰਾਂ ਵੱਲ ਨੂੰ ਚੱਲਦੇ ਹਾਂ। ਬਿਲਕੁਲ। ਟਾਣਾ ਸਾਹਿਬ, ਸਭ ਤੋਂ ਪਹਿਲਾਂ ਆਪਾਂ ਖਬਰ ਸਾਂਝੀ ਕਰਦੇ ਹਾਂ ਉਸ ਬੱਚੇ ਦੀ, ਉਸ ਮੁੰਡੇ ਦੀ, ਉਸ ਕੁੜੀ ਦੀ ਵੀ ਕਹਿ ਲਓ, ਹਨਾ, ਜਿਹਦੀ ਇੰਟਰਵਿਊ ਆਪਾਂ ਨਿਊਜ਼ੀਲੈਂਡ ਦੇ ਵਿੱਚ ਬੈਠਿਆਂ ਨੇ ਕੀਤੀ ਸੀ, ਜਿਹਦੀ ਚਰਚਾ ਪੂਰੀ ਦੁਨੀਆ ਦੇ ਵਿੱਚ, ਪੰਜਾਬ 'ਚ ਖਾਸ ਤੌਰ ਤੇ ਬਹੁਤ ਜ਼ਿਆਦਾ ਹੋਈ। ਉਹ ਬੱਚਾ ਹੈ ਨੂਰ। ਕਹਿੰਦੇ ਕਿ ਨੂਰ ਤੇ ਸੰਦੀਪ ਤੂਰ ਤੇ ਹੋਰ ਜਿਹੜੇ ਉਹਨਾਂ ਦੇ ਪਰਿਵਾਰਕ ਜੀ ਨੇ ਨੂਰ ਦੇ, ਇਹਨਾਂ ਦੇ ਵਿੱਚ ਕੋਈ ਮਨਮੁਟਾਵ ਜਿਹਾ ਪੈਦਾ ਹੋ ਗਿਆ। ਗੱਲ ਪਹਿਲੀ ਤਾਂ ਹਰਮਨ ਜੀ ਇਹ ਆ ਬਈ ਉਸ ਬੱਚੀ ਨੂੰ ਤਾਂ ਵਿਚਾਰੀ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਬਹੁਤ ਮਸ਼ਹੂਰ ਹੋ ਗਈ ਆ। ਉਸ 5 ਸਾਲ ਦੀ ਬੱਚੀ ਨੂੰ ਇਹ ਵੀ ਨਹੀਂ ਪਤਾ ਕਿ ਹੁਣ ਮੇਰਾ ਵਿਵਾਦ ਪੈਦਾ ਹੋ ਗਿਆ।
ਉਸ ਬੱਚੀ ਨੂੰ ਇਹ ਵੀ ਨਹੀਂ ਪਤਾ ਵੀ ਬਹੁਤ ਵੱਡੀ ਖੁਸ਼ੀ ਕਿਵੇਂ ਹੁੰਦੀ ਆ ਤੇ ਉਸ ਬੱਚੀ ਨੂੰ ਇਹ ਵੀ ਨਹੀਂ ਪਤਾ ਕਿ ਦੁੱਖ ਕਿਵੇਂ ਹੁੰਦਾ। ਬਿਲਕੁਲ। ਸੋ ਜਦੋਂ ਅਸੀਂ 5 ਸਾਲ ਦੇ ਸੀ ਸਾਨੂੰ ਕਿਹੜਾ ਇਹਨਾਂ ਗੱਲਾਂ ਦਾ ਪਤਾ ਸੀ। ਬਿਲਕੁਲ ਉਹ ਤਾਂ ਜਿਵੇਂ ਜਿਵੇਂ ਉਮਰ ਦੀਆਂ ਪੌੜੀਆਂ ਚੜ੍ਹਦੇ ਫੇਰ ਹੀ ਪਤਾ ਲੱਗਦਾ ਨਾ। ਜੀ। ਪਰ ਉਸ ਦਿਨ ਆਪਾਂ ਮੁਲਾਕਾਤ ਦੇ ਵਿੱਚ ਇੱਕ ਸਵਾਲ ਪੁੱਛਿਆ ਸੀਗਾ ਵੀ ਆਉਂਦੇ ਸਮੇਂ ਦੇ ਵਿੱਚ ਇਕੱਠੇ ਰਹਿਣਾ ਜੇਕਰ ਚੁਣੌਤੀ ਬਣੀ ਤਾਂ ਉਸ ਚੁਣੌਤੀ ਨੂੰ ਪਾਰ ਕਿਵੇਂ ਕਰੋਗੇ। ਜੀ। ਪਰ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਸਾਨੂੰ ਪਤਾ ਅਸੀਂ ਸਾਰਾ ਕੁਝ ਠੀਕ ਰੱਖਾਂਗੇ, ਅਸੀਂ ਇਕਜੁੱਟ ਆ। ਪਰ ਜਿੱਥੇ ਪੈਸਾ ਆ ਜਾਂਦਾ ਨਾ ਉੱਥੇ ਇਕਜੁੱਟਤਾ ਰਹਿੰਦੀ ਨਹੀਂ। ਬਿਲਕੁਲ। ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਟੱਬਰ ਦੀਆਂ ਰਿਪੋਰਟਾਂ ਆ ਰਹੀਆਂ, ਜਿਵੇਂ ਕਿ ਸੰਦੀਪ ਤੂਰ ਤੇ ਉਹਨਾਂ ਦੇ ਬਾਕੀ ਸਾਥੀਆਂ ਦੀਆਂ ਇੰਟਰਵਿਊਜ਼ ਆ ਰਹੀਆਂ, ਉਸ ਤੋਂ ਬਾਅਦ ਪਤਾ ਲੱਗ ਗਿਆ ਜੀ ਕਿ ਪੈਸੇ ਦਾ ਰੌਲਾ ਪੈ ਗਿਆ। ਇੱਕ ਧਿਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਡਾਕਟਰ ਸਾਹਿਬ ਨੇ ਸਾਰਾ ਪਵਾੜਾ ਪਾਇਆ, ਦੂਜੀ ਧਿਰ ਕਹਿੰਦੀ ਹੈ ਵੀ ਨਹੀਂ ਇਹਨਾਂ ਨੇ ਸਾਡੇ ਉੱਤੇ ਇਲਜ਼ਾਮ ਲਾਏ ਆ। ਪਰ ਗੱਲ ਇੱਥੇ ਕੁੱਲ ਮਿਲਾ ਕੇ ਇਹ ਆ ਵੀ ਜੇਕਰ ਦੋਨੋਂ ਹੀ ਧਿਰਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਚੱਲਣ ਤਾਂ ਦੋਵਾਂ ਦਾ ਮੁੱਲ ਫੇਰ ਆ। ਜੇ ਕੱਲੇ ਹੋ ਕੇ ਲੜਾਈ ਲੜਨਗੇ ਤੇ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਕਰਨਗੇ ਤਾਂ ਕਿਸੇ ਦਾ ਕੁਝ ਵੀ ਨਹੀਂ ਵੱਟਿਆ ਜਾਣਾ। ਦੇਖੋ ਟਿਕਟੌਕ ਹੁਣ ਬੰਦ ਹੋ ਗਈ ਆ ਭਾਰਤ ਦੇ ਵਿੱਚ, ਇਹਦੇ ਤੇ ਪਾਬੰਦੀ ਲੱਗ ਗਈ ਕਿਉਂਕਿ ਚੀਨ ਦੀ ਐਪ ਆ। ਸੋ ਇੱਕ ਤਾਂ ਉਧਰਲੀ ਮਾਰ ਤੇ ਦੂਜੇ ਪਾਸੇ ਤੁਸੀਂ ਆਪਸ ਦੇ ਵਿੱਚ ਲੜ ਰਹੇ ਆ ਪੈਸੇ ਦੀ ਖਾਤਰ। ਇਹ ਗੱਲ ਦੋਵਾਂ ਹੀ ਪਰਿਵਾਰਾਂ ਦੇ ਲਈ ਜਾਂ ਜਿੰਨੇ ਵੀ ਇਸ ਟੀਮ ਦੇ ਵਿੱਚ ਕੁੱਲ ਮੈਂਬਰ ਆ ਉਹਨਾਂ ਦੇ ਲਈ ਚੰਗੀ ਨਹੀਂ ਆ। ਮੈਂ ਕੱਲ ਰਾਤ ਇੱਕ ਇੰਟਰਵਿਊ ਦੇਖੀ, ਉਹਦੇ ਵਿੱਚ ਨੂਰ ਦੀ ਮਾਤਾ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਉੱਤੇ ਇਲਜ਼ਾਮ ਲਾਏ ਜਾ ਰਹੇ ਆ। ਕਈ ਲੋਕ ਬਹੁਤ ਗੰਦੇ ਕਮੈਂਟ ਕਰ ਰਹੇ, ਬਹੁਤ ਗੰਦੀਆਂ ਟਿੱਪਣੀਆਂ ਕਰ ਰਹੇ ਆ। ਨੂਰ ਦੀ ਮਾਤਾ ਜੀ ਦੇ ਬਾਬਤ ਅਸਭਿਅਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਤੇ ਇਹੋ ਜਿਹੀਆਂ ਗੱਲਾਂ ਨਹੀਂ ਚਾਹੀਦੀਆਂ। ਅਸੀਂ ਨਾ ਅਸਲ ਦੇ ਵਿੱਚ ਇੱਕਦਮ ਬੰਦੇ ਨੂੰ ਤਾਂ ਚੜਾ ਦਿੰਦੇ ਆ, ਫਿਰ ਇੱਕਦਮ ਠਾਂ ਲਾ ਲੈਂਦੇ ਆ। ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਟਾਣਾ ਸਾਹਿਬ, ਮੈਂ ਇਹ ਗੱਲ ਜਾਣਦੀ ਆ, ਆਪਾਂ ਹਮੇਸ਼ਾ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਇਸ ਗੱਲ ਨੂੰ ਕਹਿੰਦੇ ਆ ਕਿ ਚਾਹੇ ਉਹ ਨੂਰ ਦੇ ਮਾਤਾ ਜੀ ਨੇ, ਚਾਹੇ ਉਹ ਕੋਈ ਵੀ ਇਨਸਾਨ ਹੈ ਇਸ ਦੁਨੀਆ ਦੇ ਵਿੱਚ, ਕਿਸੇ ਦੇ ਬਾਬਤ ਜਦੋਂ ਕੋਈ ਵੀ ਟਿੱਪਣੀ ਕਰਨ ਲੱਗਦਾ ਤਾਂ ਉਸ ਟਿੱਪਣੀ ਜਿਹੜੀ ਉਹ ਸੱਭਿਅਕ ਹੋਣੀ ਚਾਹੀਦੀ ਹੈ ਤੇ ਉਹ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਉੱਪਰ ਵਾਕਈ ਵਿਚਾਰ ਕਰਨੀ ਬਣਦੀ ਹੋਵੇ। ਤੁਸੀਂ ਆਲੋਚਨਾ ਕਰੋ, ਤੁਸੀਂ ਅਸਹਿਮਤੀ ਪ੍ਰਗਟਾਓ, ਪਰ ਧੀਆਂ ਭੈਣਾਂ ਦੀਆਂ ਗਾਲਾਂ ਤਾਂ ਬੇਵਕੂਫਾਂ ਵਾਲੀ ਗੱਲ ਆ ਤੇ ਅਸੀਂ ਸਿਰ ਤੋਂ ਕੱਬ ਕਿਉਂ ਨਹੀਂ ਲੈਂਦੇ। ਇਹ ਕਿਹੜੀ ਬੁੱਧੀ ਜੀਵਤਾ ਵੀ ਤੁਸੀਂ ਕਿਸੇ ਬਾਰੇ ਕੁਝ ਵੀ ਬੋਲੀ ਜਾਓ, ਆਪਾਂ ਬਕਵਾਸ ਕਰੀ ਜਾਗੇ। ਇਹ ਗੱਲਾਂ ਕਿਸੇ ਦੇ ਬਾਬਤ ਵੀ ਚੰਗਾ ਨਹੀਂ ਲੱਗਦੀਆਂ। ਤੁਸੀਂ ਕਹੋ ਜੀ ਕਿ ਇਕੱਠੇ ਰਹੋ, ਤੁਸੀਂ ਇਹ ਗੱਲ ਕਹੋ ਜੀ ਕਿ ਤੁਹਾਨੂੰ ਟੁੱਟ ਕੇ ਦੋਵਾਂ ਧਿਰਾਂ ਨੂੰ ਨੁਕਸਾਨ ਹੋਣਾ, ਤੁਸੀਂ ਇਹ ਗੱਲ ਕਹੋ ਜੀ ਕਿ ਮੈਨੂੰ ਆਹ ਬੰਦਾ ਸਹੀ ਨਹੀਂ ਲੱਗਦਾ, ਇਹਦੇ ਬਾਬਤ ਤੁਸੀਂ ਟੀਮ ਵਾਲੇ ਵਿਚਾਰ ਕਰੋ। ਪਰ ਤੁਸੀਂ ਕਹੀ ਜਾਓ ਜੀ ਆਹ ਲੁੱਚਾ ਹੈ, ਆਹ ਗੰਦਾ ਹੈ, ਆਹ ਫਲਾਨੀ ਹੈ, ਆਹ ਢਿੰਗੜੀ ਹੈ, ਇਹ ਗੱਲਾਂ ਨਹੀਂ ਚੰਗੀਆਂ। ਬਿਲਕੁਲ ਸਹੀ। ਤੁਸੀਂ ਕਿਸੇ ਵੀ ਬੰਦੇ ਨੂੰ ਲੈ ਕੇ ਆਪਣੇ ਮਨ ਦੇ ਜਿਹੜੇ ਵਿਚਾਰ ਨੇ ਉਹ ਪ੍ਰਗਟ ਕਰ ਸਕਦੇ ਹੋ, ਪਰ ਸੱਭਿਅਕ ਤਰੀਕੇ ਨਾਲ। ਅਸੀਂ ਇਹ ਕਦੇ ਨਹੀਂ ਸੋਚਦੇ ਵੀ ਜਿਹੜੇ ਵਿਚਾਰ ਅਸੀਂ ਥੱਲੇ ਪਾ ਰਹੇ ਹਾਂ ਲਿਖ ਕੇ ਕਮੈਂਟ ਦੇ ਰੂਪ ਚ, ਪ੍ਰਤੀਕਿਰਿਆ ਦੇ ਰੂਪ ਚ, ਉਹਨੂੰ ਹੋਰ ਲੋਕ ਵੀ ਪੜ੍ਹਦੇ ਨੇ ਤੇ ਉਹਨਾਂ ਹੋਰਨਾਂ ਲੋਕਾਂ ਦੇ ਵਿੱਚ ਸਾਡੇ ਜਾਣਕਾਰ ਵੀ ਹੋ ਸਕਦੇ ਨੇ ਤੇ ਸਾਡੀ ਜ਼ੁਬਾਨ ਤੋਂ, ਸਾਡੀ ਪ੍ਰਤੀਕਿਰਿਆ ਤੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਕਿਹੜੀ ਮਾਨਸਿਕਤਾ ਦੇ ਧਾਰਨੀ ਹਾਂ। ਸੋ ਇਹ ਸੋਚ ਕੇ ਹਮੇਸ਼ਾ ਟਿੱਪਣੀ ਹੋਣੀ ਚਾਹੀਦੀ ਹੈ। ਦੂਸਰੀ ਗੱਲ ਇਹ ਕਿ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਆ, ਸਿਆਣਿਆਂ ਤੋਂ ਵੀ ਸੁਣਦੇ ਆ ਕਿ ਜਿੱਥੇ ਪੈਸਾ ਆ ਗਿਆ ਉੱਥੇ ਵਿਗਾੜ ਪੈਣਾ ਹੀ ਪੈਣਾ ਹੈ। ਸੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਵਿਗਾੜ ਕਿਸੇ ਦੇ ਵਿੱਚ ਵੀ ਪੈ ਸਕਦਾ ਹੈ ਨਾ, ਕੱਲੀ ਇੱਕ ਧਿਰ ਦੀ ਗੱਲ ਨਹੀਂ। ਸੋ ਇਹ ਵਿਗਾੜ ਪੈਣ ਹੀ ਨਹੀਂ ਦੇਣਾ ਚਾਹੀਦਾ। ਦੇਖੋ ਸੰਦੀਪ ਤੂਰ ਨੇ ਤੇ ਉਹਦੇ ਸਾਥੀਆਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਇਹ ਗੱਲ ਤੈਅ ਕਰ ਲਈ ਸੀ ਇਹਨਾਂ ਨੇ ਪਰਿਵਾਰ ਨਾਲ ਬੈਠ ਕੇ ਵੀ ਭਾਈ ਜਿਹੜੀ ਮਦਦ ਸਾਡੀ ਆਊਗੀ ਉਹ ਅਸੀਂ ਰੱਖਾਂਗੇ, ਜਿਹੜੀ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਆਰਥਿਕ ਮਦਦ ਆ ਜਾਂਦੀ ਹੈ ਉਹ ਤੁਸੀਂ ਰੱਖੋ। ਉਹ ਕਹਿੰਦੇ ਜੀ ਕਿ ਘਰ ਇਹਨਾਂ ਦਾ ਬਣਾ ਕੇ ਦਿੱਤਾ ਜਾ ਰਿਹਾ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ 5 ਲੱਖ ਰੁਪਏ ਦੇ ਚੈੱਕ ਇਹਨਾਂ ਨੂੰ ਦਿੱਤਾ ਗਿਆ, ਪਰ ਅਸੀਂ ਇਹਦੇ ਉੱਤੇ ਇਤਰਾਜ਼ ਨਹੀਂ ਕੀਤਾ। ਪਰ ਹੁਣ ਇਹ ਨਿਆਣਾ ਚੁੱਕ ਕੇ ਲੈ ਜਾਂਦੇ ਜਦੋਂ ਅਸੀਂ ਵੀਡੀਓ ਬਣਾਉਣੀ ਹੁੰਦੀ ਆ। ਉਧਰਲੇ ਪਾਸੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਉੱਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਆ ਤੇ ਇਹਨਾਂ ਦੇ ਵੱਲੋਂ ਹੋਰ ਬੱਚੇ ਦੇ ਨਾਲ ਵੀਡੀਓ ਤਿਆਰ ਕਰਕੇ ਤੇ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਾਨੂੰ ਕੋਈ ਇਹਦੇ ਉੱਤੇ ਇਤਰਾਜ਼ ਨਹੀਂ ਆ। ਸੋ ਕਹਿਣ ਦਾ ਭਾਵ ਇਹ ਆ ਵੀ ਜਦੋਂ ਇੰਨੀਆਂ ਦੂਰੀਆਂ ਵੱਧ ਜਾਣ ਤਾਂ ਫਿਰ ਇਕੱਠੇ ਹੋਣਾ ਔਖਾ ਹੋ ਜਾਂਦਾ। ਯਾਨੀ ਕਿ ਕਹਿਣ ਦਾ ਭਾਵੇਂ ਵੀ ਧਾਗਾ ਟੁੱਟ ਜੇ ਨਾ ਆਪਾਂ ਗੰਢ ਮਾਰ ਲੈਂਦੇ ਪਰ ਗੰਢ ਰੜਕਦੀ ਰਹਿੰਦੀ ਆ। ਪਰ ਲੋਕਾਂ ਨੂੰ ਵੀ ਟਾਣਾ ਸਾਹਿਬ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਜਦੋਂ ਵੀ ਅਸੀਂ ਕਿਸੇ ਨੂੰ ਕੋਈ ਸਿਹਰਾ ਦੇਣਾ ਹੁੰਦਾ ਹੈ, ਜੇਕਰ ਕੋਈ ਵਧੀਆ ਕਰ ਰਿਹਾ ਹੈ ਤਾਂ ਉਹ ਸਿਹਰਾ ਬਰਾਬਰਤਾ ਨਾਲ ਦਿੱਤਾ ਜਾਵੇ, ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਕੱਲਾ ਨੂਰ ਜਿਹੜਾ ਉਹਦੀ ਮਿਹਨਤ ਜ਼ਿਆਦਾ ਸੀ ਜਾਂ ਕੱਲੇ ਸੰਦੀਪ ਤੂਰ ਦੀ ਜਿਹੜੀ ਮਿਹਨਤ ਹੈ ਉਹ ਜ਼ਿਆਦਾ ਸੀ। ਦੋਵੇਂ, ਕਿਉਂਕਿ ਕੋਈ ਵੀ ਕੰਮ ਜਿਹੜਾ ਹੈ ਉਹ ਜਦੋਂ ਤੁਸੀਂ ਟੀਮ ਵਰਕ ਕਰਦੇ ਹੋ, ਜਦੋਂ ਇਕੱਠੇ ਹੋ ਕੇ ਕਰਦੇ ਹੋ, ਫੇਰ ਹੀ ਕੰਮ ਸਿਰੇ ਚੜਾਇਆ ਜਾ ਸਕਦਾ ਹੈ। ਸੋ ਦੋਵਾਂ ਨੂੰ ਬਰਾਬਰਤਾ ਦੇ ਉੱਪਰ ਜੇਕਰ ਰੱਖਿਆ ਜਾਏ ਤਾਂ ਜ਼ਿਆਦਾ ਵੱਡੀ ਗੱਲ ਇਹ ਹੈ ਵੀ ਸਵਾਦ ਲੈਣਾ ਬੰਦ ਕਰਨਾ ਚਾਹੀਦਾ ਵੀ ਲੜ ਪਏ ਓਏ ਐ ਹੋ ਗਿਆ ਓਏ। ਉਹਨਾਂ ਦੀ ਮਰਜ਼ੀ ਸੀ, ਉਹਨਾਂ ਨੇ ਵੀਡੀਓ ਬਣਾਈਆਂ। ਜੇਕਰ ਕਿਸੇ ਦਾ ਮਨੋਰੰਜਨ ਹੋਇਆ ਤਾਂ ਵੀ ਠੀਕ ਹੈ, ਨਹੀਂ ਹੋਇਆ ਤਾਂ ਵੀ ਠੀਕ ਹੈ। ਜਿਹਦੀ ਮਰਜ਼ੀ ਸੀ ਮਦਦ ਕਰਤੀ, ਜਿਹਦੀ ਨਹੀਂ ਸੀ ਮਰਜ਼ੀ ਨਹੀਂ ਕੀਤੀ। ਇਹਦੇ ਵਿੱਚ ਤਾਂ ਹੁਣ ਕੋਈ ਲੱਤੜ ਆਉਣ ਦੀ ਲੋੜ ਹੀ ਨਹੀਂ। ਪਰ ਜੇਕਰ ਅੱਡ ਹੋ ਕੇ ਵੀ ਕੰਮ ਕਰਨਾ ਤਾਂ ਵੀ ਭਾਈ ਨੱਠ ਕੇ ਕਰਨ, ਜੇ ਇਕੱਠੇ ਹੋ ਜਾਣ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਪਰ ਬੱਚੀ ਨੂਰ ਦੇ ਮਨ ਦੇ ਉੱਤੇ ਵੱਡੀ ਹੋ ਕੇ ਕੀ ਬੀਤੂਗੀ
ਇਹ ਟਿੱਪਣੀ ਕਰਨ ਤੋਂ ਪਹਿਲਾਂ ਸੋਚਿਆ ਕਰੋ, ਕਿਉਂਕਿ ਇਹ YouTube ਦੇ ਉੱਤੇ ਜਾਂ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਉਮਰ ਭਰ ਦੇ ਲਈ ਟਿੱਪਣੀਆਂ ਪਈਆਂ ਰਹਿਣੀਆਂ। ਬਿਲਕੁਲ ਤੇ ਉਹ ਵੀ ਸੋਚਿਆ ਕਰੂਗੀ ਹੋਰ ਉਮਰ ਦੇ ਜਦੋਂ 4 ਵਰੇ ਉੱਤੇ ਹੋਗੀ 5 ਵਰੇ ਉੱਤੇ ਹੋਗੀ ਵੀ ਮੇਰੇ ਬਾਰੇ ਇਹੋ ਜਿਹੀਆਂ ਗੱਲਾਂ ਵੀ ਚੱਲਦੀਆਂ ਸੀ। ਹੋ ਸਕਦਾ 15-16 ਸਾਲ ਦੀ ਹੋ ਕੇ ਸੋਚੇ ਜੀ ਕਿ ਮੇਰੀ ਮਾਂ ਨੂੰ ਇਦਾਂ ਦੀਆਂ ਗੱਲਾਂ ਵੀ ਕਹਿੰਦੇ ਸੀ। ਥੋੜਾ ਜਿਹਾ ਸੋਚ ਵਿਚਾਰ ਤੋਂ ਕੰਮ ਲੈਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਸੋ ਹੁਣ ਆਪਾਂ ਅੱਗੇ ਵਧੀਏ ਟਾਣਾ ਸਾਹਿਬ। ਬਿਲਕੁਲ ਇੱਥੇ ਵੇਲਾ ਵਕਫੇ ਦਾ ਹੋਈ ਜਾਂਦਾ, ਤੁਹਾਨੂੰ ਅੱਜ ਗੱਲਾਂ ਬਾਤਾਂ 'ਚ ਚੇਤਾ ਹੀ ਨਹੀਂ ਆ ਵੀ ਆਪਾਂ ਕੀ ਕਰ ਰਹੇ ਹਾਂ। ਮੈਂ ਨਾ ਅਸਲ ਦੇ ਵਿੱਚ ਰੌਂ ਦੇ ਵਿੱਚ ਲੱਗਾ ਰਹਿਣਾ ਜੀ ਤੇ ਤੁਸੀਂ ਦੱਸਦੇ ਹੁੰਨੇ ਵੀ ਆਪਾਂ ਨਿੱਕਾ ਜਿਹਾ ਵਕਫਾ ਲੈ ਲੈਨੇ ਆ ਜੀ ਤੇ ਆਪਾਂ ਲੈ ਲਿਆ ਕਰੋ। ਟਾਣਾ ਸਾਹਿਬ ਹਾਂਜੀ ਕੀ ਹੋਇਆ? ਕੁਛ ਵੀ ਨਹੀਂ। ਮੈਨੂੰ ਲੱਗਦਾ ਹੈ ਮੈਨੂੰ ਕੀ ਹੋਣਾ, ਦੇਖੋ ਤੁਸੀਂ ਤਾਂ ਮੇਰੇ ਉੱਤੇ ਐਵੇਂ ਤੋੜਾ ਝਾੜ ਦਿੰਦੇ ਆ। ਕੀ ਹੋਇਆ? ਬੰਦਾ ਸੋਚਦਾ ਵੀ ਹੈ ਮੈਨੂੰ ਕੀ ਬਿਮਾਰੀ ਪਈ, ਮੈਂ ਤਾਂ ਠੀਕ ਆ। ਕੋਈ ਗੱਲ ਨਹੀਂ ਟਾਣਾ ਸਾਹਿਬ, ਆਪਾਂ ਵਕਫਾ ਲੈਣੇ ਆ ਕਿਤੇ ਤੁਹਾਨੂੰ ਠੰਡਾ ਪਾਣੀ ਪਿਆਉਂਦੇ ਆ, ਫਿਰ ਸ਼ਾਇਦ ਸਾਰਾ ਕੁਝ ਠੀਕ ਹੋ ਓ ਆਈ ਐਮ ਥੈਂਕਫੁਲ ਟੂ ਯੂ। ਓ ਇਟਸ ਓਕੇ। ਹਰਮਨ ਜੀ ਪਿਛਲੇ ਦਿਨੀ ਨਾ ਮੈਂ ਇੱਕ ਦਫ਼ਤਰ ਦੇ ਵਿੱਚ ਗਿਆ ਜੀ ਤੇ ਮੈਂ ਕਿਹਾ ਵੀ ਮੈਂ ਬਲਵੰਤ ਸਿੰਘ ਨੂੰ ਮਿਲਣਾ। ਉਹ ਮਾਂ ਦਾ ਪੁੱਤ ਜੀ ਨੂੰ ਮੈਂ ਪੁੱਛਿਆ ਸੀ, ਉਹਦੇ ਕੰਨਾਂ ਨੂੰ ਟੂਟੀਆਂ ਜਿਹੀਆਂ ਲੱਗੀਆਂ ਤੇ ਮੇਰੇ ਵੱਲ ਖਿਆਲ ਹੀ ਨਾ ਕੀਤਾ। ਅੱਛਾ ਜੀ। ਮੈਂ ਕਿਹਾ ਭਾਈ ਸਾਹਿਬ ਬਲਵੰਤ ਸਿੰਘ ਨੂੰ ਮਿਲਣਾ। ਉਹ ਕੋ ਕਰੀ ਜਿਵੇਂ ਚੱਕਦੇ ਅਸਲਾ ਚੱਕ ਲਾ, ਆ ਗੋਲਾ ਚੱਕ, ਗੋਲਾ ਮਾਰ, ਗੋਲਾ ਬੰਦੂਕ ਚੱਕ, ਬੰਦੂਕ। ਉਹ ਮੋਟਰਸਾਈਕਲ ਖੜਾ, ਮੋਟਰਸਾਈਕਲ ਐ ਮਾਰ 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 ਮਾਰ। ਮੈਂ ਕਿਹਾ ਭਾਈ ਸਾਹਿਬ ਬਲਵੰਤ ਸਿੰਘ ਨੂੰ ਮਿਲਣਾ, ਬਲਵੰਤ ਸਿੰਘ ਨੂੰ। ਕਹਿੰਦਾ ਗੋਲਾ ਚੱਕ, ਗੋਲਾ ਚੱਕ, ਗੋਲਾ। ਉਹ ਮਾਰਦੇ ਅਸਲਾ ਚੱਕ ਲਾ, 3 ਮਾਰਦੇ, ਮੂਹਰੇ ਆ ਗਿਆ। ਮੈਂ ਕਿਹਾ ਹਿੱਲ ਗਿਆ। ਪਬਜੀ ਖੇਡ ਰਿਹਾ ਹੋਏਗਾ। ਮੈਨੂੰ ਬਾਅਦ ਚ ਪਤਾ ਲੱਗਾ ਵੀ ਇਹ ਪਬਜੀ ਖੇਡਦਾ ਜੀ। ਮੈਂ ਤਾਂ ਕਿਹਾ ਹਿੱਲ ਗਿਆ, ਇਹਦੇ ਬਿਜਲੀਆਂ ਲਵਾਉਣ ਦੀ ਲੋੜ ਆ। ਟਾਣਾ ਸਾਹਿਬ ਇਸ ਪਬਜੀ ਨੇ ਐਸਾ ਬੇੜਾ ਗਰਕ ਕੀਤਾ ਵੀ ਮੈਂ ਤੁਹਾਨੂੰ ਕੀ ਦੱਸਾਂ ਵੀ ਹੁਣ ਤਾਂ ਨਾ ਆਪਾਂ ਬਹੁਤ ਸਾਰੀਆਂ ਖਬਰਾਂ ਪੜ੍ਹਦੇ ਆਂ ਵੀ ਨਿਆਣੇ ਜਿਹੜੇ ਰਾਤ ਨੂੰ ਬੋਲ ਕੇ ਉੱਠਦੇ ਨੇ, ਬੰਦੇ ਆ ਗਏ ਹਨਾ, ਚੱਕ ਲਓ, ਮਾਰ ਦੋ, ਇਹ ਕਰ ਦੋ, ਉਹ ਕਰ ਦੋ। ਸਾਰਾ ਦਿਨ ਕਈ ਨਿਆਣੇ ਜਿਹੜੇ ਨੇ ਉਹ ਆਪਣੇ ਕਮਰਾ ਬੰਦ ਕਰਕੇ ਤੇ ਪਬਜੀ ਖੇਡਦੇ ਰਹਿੰਦੇ ਨੇ। ਤੇ ਹੁਣ ਜਿਹੜੀ ਪਬਜੀ ਨੂੰ ਲੈ ਕੇ ਖਬਰ ਆਈ ਆ ਉਹ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ। ਅਸਲ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਗੇਮ ਵੈਸੇ ਖੇਡਦੇ ਹੋ ਤਾਂ ਉਹਦੇ ਵਿੱਚ ਨਾ ਕੋਈ ਇਨ ਐਪ ਪਰਚੇਜ਼ਸ ਹੁੰਦੀਆਂ ਨੇ ਕਿ ਤੁਸੀਂ ਕੁਝ ਖਰੀਦ ਸਕਦੇ ਹੋ ਅੰਦਰੋਂ ਵੀ। ਜਿਵੇਂ ਜਿਹੜਾ ਬੰਦਾ ਕਹਿ ਲਓ ਵੀ ਜਿਹੜੇ ਤੁਸੀਂ ਬਣੇ ਹੋਏ ਹੋ ਗੇਮ ਦੇ ਵਿੱਚ, ਜਿਹੜਾ ਖੇਡ ਰਿਹਾ ਹੈ ਉਹਦੇ ਕੱਪੜੇ ਬਦਲਨੇ ਨੇ, ਉਹਦੇ ਲਈ ਕੁਝ ਹੋਰ ਲੈਣਾ ਹੈ, ਇਦਾਂ ਤੇ ਇਦਾਂ ਹੀ ਪਬਜੀ ਨੂੰ ਖੇਡਣ ਵਾਲਾ ਇੱਕ ਬੰਦਾ 16 ਲੱਖ ਦਾ ਚੂਨਾ ਲਾ ਗਿਆ ਆਪਣੇ ਟੱਬਰ ਵਾਲਿਆਂ ਨੂੰ। ਬਿਲਕੁਲ ਜੀ, ਮੈਂ ਵੀ ਇਹ ਖਬਰ ਪੜ੍ਹੀ ਹੈ ਤੇ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਆਪਣੇ ਬੱਚਿਆਂ ਦੇ ਉੱਤੇ ਅਸੀਂ ਨਿਗਾਹ ਕਈ ਵਾਰ ਰੱਖਦੇ ਨਹੀਂ ਤੇ ਕਈ ਵਾਰ ਬੱਚਾ ਬੜਾ ਹੀ ਤਿੱਖਾ ਹੁੰਦਾ, ਘਰਦਿਆਂ ਨੂੰ ਪਤਾ ਨਹੀਂ ਲੱਗਣ ਦਿੰਦਾ। ਉਹ ਬੱਚੇ ਬਹੁਤ ਸਾਰੇ ਤਿੱਖੇ ਮੈਨੂੰ ਮਿਲਦੇ ਆ ਤੇ ਮੈਂ ਹੈਰਾਨ ਹੁੰਨਾ ਕਈ ਵਾਰ। ਉਹ ਇਸ ਇਸ਼ਾਰਾ ਕਿੱਧਰ ਸੀ? ਉਹ ਐ ਹੱਥ ਹੋ ਗਿਆ, ਮੇਰਾ ਕੋਈ ਕਸੂਰ ਨਹੀਂਗਾ, ਮੈਂ ਤਾਂ ਆਪਦੇ ਵੱਲੋਂ ਰੌਂ 'ਚ ਹੀ ਗੱਲ ਕੀਤੀ ਆ। ਉਹ ਇਹ ਆ ਕਿ ਚੰਡੀਗੜ੍ਹ ਦੇ ਵਿੱਚ ਇੱਕ ਬੱਚਾ ਜੀ, ਉਹ ਹੈਗਾ ਜੀ 7ਵੀਂ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਜੀ। ਹੁਣ ਜਦੋਂ ਤਾਲਾਬੰਦੀ ਹੈ ਸਾਰੇ ਪਾਸੇ ਤਾਂ ਆਨਲਾਈਨ ਪੜ੍ਹਾਈ ਹੈ ਜਿਹੜੀ ਉਹ ਮੋਬਾਈਲਾਂ ਦੇ ਉੱਤੇ ਕਰਵਾਈ ਜਾਂਦੀ ਹੈ ਅਧਿਆਪਕਾਂ ਦੇ ਵੱਲੋਂ। ਹੁਣ ਮਾਪੇ ਇਹ ਸੋਚਦੇ ਆ ਵੀ ਭਾਈ ਇਹ ਤਾਂ ਪੜ੍ਹਾਈ ਤੇ ਲੱਗਾ ਪਿਆ, ਇਹ ਤਾਂ ਆਪਦੇ ਵਿਸ਼ੇ ਵਸਤੂ ਦੇ ਮੁਤਾਬਕ ਪੜ੍ਹ ਰਿਹਾ। ਪਰ ਨਿਆਣਾ ਬੜਾ ਤਿੱਖਾ ਹੁੰਦਾ ਅੱਜ ਕੱਲ, ਉਹ ਐਂ ਕਰਦਾ ਰਹਿੰਦਾ, ਚੱਕਦੇ ਰੱਖਦੇ। ਸੋ ਇਸ ਕਰਕੇ ਭਾਈ ਰਗੜਾ ਬਹੁਤ ਵੱਡਾ ਲੱਗਾ। 16 ਲੱਖ ਰੁਪਏ ਦਾ ਚੂਨਾ, 16 ਲੱਖ ਦਾ ਰਗੜਾ ਚੰਡੀਗੜ੍ਹ ਦੇ ਇੱਕ ਨਿਆਣੇ ਨੇ ਆਪਦੇ ਪਾਪੇ ਨੂੰ ਲਾਤਾ ਜੀ। ਪਾਪਾ ਜਿਹੜਾ ਉਹ ਇਸ ਵਕਤ ਇੱਕ ਬੈਂਕ ਦੇ ਵਿੱਚ ਕੰਮ ਕਰਦਾ, ਉਹਨੇ ਆਪਦੀ ਭਵਿੱਖ ਦੇ ਲਈ ਬਚਤ ਕੀਤੀ ਸੀ, ਆਪਦੇ ਨਿਆਣੇ ਦੇ ਭਵਿੱਖ ਦੇ ਲਈ ਸੋਚਿਆ ਸੀ ਵੀ ਭਾਈ ਇਹ 16 ਲੱਖ ਰੁਪਏ ਦੇ ਨਾਲ ਟੱਬਰ ਦੇ ਵਿੱਚ ਖੁਸ਼ਹਾਲੀ ਆਊਗੀ ਘਰੇ ਜਦੋਂ ਮੈਂ ਸੇਵਾ ਮੁਕਤ ਹੋ ਗਿਆ। ਪਰ ਇੱਕ ਦਿਨ ਉਹਨਾਂ ਨੇ ਮੈਸੇਜ ਆਇਆ, ਸੁਨੇਹਾ ਆਇਆ ਬੈਂਕ ਦੇ ਵਿੱਚੋਂ ਵੀ ਤੁਹਾਡੇ ਖਾਤੇ ਚੋਂ ਇੰਨੇ ਪੈਸੇ ਨਿਕਲ ਗਏ। ਉਹ ਮੀਆਂ ਬੀਵੀ ਗਏ ਬੈਂਕ ਦੇ ਵਿੱਚ, ਕਹਿੰਦੇ ਵੀ ਅਸੀਂ FD ਕਰਵਾ ਲਈਏ, ਪਰ ਉਹਦੇ ਵਿੱਚੋਂ 16 ਲੱਖ ਫੁਰਰ ਹੋ ਗਿਆ, ਵਿੱਚ ਰਹਿ ਗਿਆ ਸਿਰਫ 20-25 ਹਜ਼ਾਰ ਰੁਪਇਆ। ਸੋ ਉਸ ਤੋਂ ਬਾਅਦ ਇਹ ਖਬਰ ਉੱਭਰ ਕੇ ਆਈ ਵੀ ਪੰਜਾਬ ਦੇ ਜਾਂ ਚੰਡੀਗੜ੍ਹ ਦੇ ਜਾਂ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਨਿਆਣੇ ਆ ਜਿਹੜੇ ਨੌਜਵਾਨ ਆ ਜਿਹੜੇ, ਉਹ ਕਿਸ ਤਰੀਕੇ ਨਾਲ ਇਸ ਐਪ ਦੇ ਯਾਨੀ ਕਿ ਪਬਜੀ ਦੇ ਆਦੀ ਹੋ ਗਏ ਆ। ਇੰਨੇ ਕ ਆਦੀ ਹੋ ਗਿਆ ਵੀ ਮਾਪਿਆਂ ਦੇ ਪੈਸੇ ਉਡਾਈ ਜਾਂਦੇ ਆ। ਜੀ ਤੁਸੀਂ ਵੇਖੋ ਟਾਣਾ ਸਾਹਿਬ ਵੀ ਨਿਆਣਾ ਇੰਨਾ ਚਤਰਾ ਸੀ ਵੀ ਜਦੋਂ ਬੈਂਕ ਦੇ ਵੱਲੋਂ ਮੈਸੇਜ ਆਉਂਦਾ ਸੀ ਮੋਬਾਈਲ ਦੇ ਉੱਪਰ ਪਾਪੇ ਦੇ ਤੇ ਵੀ ਤੁਹਾਡੇ ਖਾਤੇ ਦੇ ਵਿੱਚੋਂ ਇੰਨੇ ਪੈਸੇ ਜਿਹੜੇ ਆ ਉਹ ਨਿਕਲ ਗਏ ਨੇ ਹਨਾ। ਅੱਜ ਕੱਲ ਹਰੇਕ ਦੇ ਮੋਬਾਈਲ ਤੇ ਸੁਨੇਹਾ ਜਾਂਦਾ ਹੈ, ਇਹ ਬੱਚਾ ਉਹ ਸੁਨੇਹੇ ਵੀ ਨਾਲੋਂ ਨਾਲ ਡਿਲੀਟ ਕਰਦਾ ਰਿਹਾ ਵੀ ਕਿਤੇ ਘਰਦਿਆਂ ਨੂੰ ਪਤਾ ਨਾ ਲੱਗ ਜੇ। ਸੋ ਹੌਲੀ ਹੌਲੀ ਕਰਕੇ 16 ਲੱਖ ਰੁਪਈਆ ਇਹਨੇ ਜਿਹੜਾ ਆਪਣੇ ਪਾਪਾ ਜੀ ਦੇ ਖਾਤੇ ਦੇ ਵਿੱਚੋਂ ਫੁਰ ਕਰ ਦਿੱਤਾ। ਔਰ ਇਹ ਕੱਲਾ ਨਿਆਣਾ ਨਹੀਂ ਆ, ਮੈਂ ਇਹ ਵੀ ਦੱਸੂਗੀ ਤੁਹਾਨੂੰ ਵੀ ਇਸ ਨਿਆਣੇ ਨੂੰ ਸਜ਼ਾ ਕੀ ਮਿਲੀ ਆ ਹੁਣ। ਪਰ ਇੱਕ ਹੋਰ ਨਿਆਣਾ ਜਿਹਨੇ ਇਹੋ ਜਿਹੀ ਹਰਕਤ ਕੀਤੀ ਹੈ, ਉਹ ਮੋਹਾਲੀ ਦਾ ਮੇਰੇ ਖਿਆਲ ਜੀ, ਤੇ ਉਹਨੇ 3.5 ਲੱਖ ਰੁਪਇਆ ਰਗੜਤਾ, ਆਪਣੇ ਦਾਦੇ ਨੂੰ ਚੂਨਾ ਲਗਾ ਦਿੱਤਾ। ਦੇਖੋ ਕਰੀ ਕੀ ਜਾਂਦੇ ਇਹ। ਬਿਲਕੁਲ ਸਹੀ। ਤੇ ਇਹ ਜਿਹੜਾ ਚੰਡੀਗੜ੍ਹ ਵਾਲਾ ਜਵਾਕ ਜਿਹਨੇ 16 ਲੱਖ ਦਾ ਚੂਨਾ ਲਾਇਆ ਸੀ, ਇਹਦੇ ਪਾਪਾ ਜੀ ਨੇ ਹੁਣ ਇਹਨੂੰ ਸਬਕ ਸਿਖਾਉਣ ਦੇ ਲਈ ਇੱਕ ਸਕੂਟਰ ਰਿਪੇਅਰ ਦੁਕਾਨ ਦੇ ਉੱਪਰ ਬਿਠਾ ਦਿੱਤਾ। ਬਿਲਕੁਲ ਇਹ ਤਾਂ ਗੱਲ ਸਹੀ ਆ। ਤੇ ਜਿਸ ਤਰੀਕੇ ਦੇ ਨਾਲ ਬਾਪੂ ਨੇ ਕੰਮ ਤੇ ਲਾਇਆ, ਉਹਨੇ ਕਿਹਾ ਜੀ ਕਿ ਮਕਸਦ ਇਹ ਆ ਸਿਰਫ ਦੱਸਣ ਦੇ ਲਈ ਕਿ ਪੈਸੇ ਕਿਵੇਂ ਕਮਾਏ ਜਾਂਦੇ ਆ। ਹੁਣ ਜਦੋਂ ਇਹ
8 9 10 ਘੰਟੇ ਕੰਮ ਕਰਿਆ ਕਰੂਗਾ ਜੀ। ਸਕੂਟਰਾਂ ਦੀ ਮੁਰੰਮਤ ਕਰਨ ਵਾਲੀ ਦੁਕਾਨ ਤੇ, ਇਹਨੂੰ ਪੈਸੇ ਦੀ ਕੀਮਤ ਦਾ ਵੀ ਪਤਾ ਲੱਗੂਗਾ। ਇਹਨੂੰ ਅਸੀਂ ਮੋਬਾਈਲ ਤੋਂ ਹੁਣ ਦੂਰ ਰੱਖ ਰਹੇ ਹਾਂ। ਪਹਿਲਾਂ ਤਾਂ ਇਹ ਸਾਨੂੰ ਬੁੱਧੂ ਬਣਾ ਗਿਆ, ਪਰ ਹੁਣ ਅਸੀਂ ਬੁੱਧੂ ਨਹੀਂ ਬਣਨਾ। ਜੀ। ਸੋ ਗੱਲ ਅਸਲ ਦੇ ਵਿੱਚ ਇਹ ਹੈ ਕਿ ਆਪਦੇ ਨਿਆਣਿਆਂ ਦੇ ਉੱਤੇ ਨਿਗਾਹ ਰੱਖੋ। ਸਾਰੇ ਨਿਆਣੇ ਇੱਕੋ ਜਿਹੇ ਨਹੀਂ ਆ, ਪਰ ਕਈ ਇਹੋ ਜਿਹੀਆਂ ਗੇਮਾਂ ਦੇ, ਇਹੋ ਜਿਹੀਆਂ ਖੇਡਾਂ ਦੇ ਬਹੁਤੇ ਆਦੀ ਹੋ ਜਾਂਦੇ ਆ, ਜੀ, ਜੀ। ਬਾਅਦ ਚ ਰਗੜੇ ਤੇ ਰਗੜਾ ਚੱਲਦਾ। ਬਿਲਕੁਲ ਸਹੀ। ਸੋ ਬਚੋ, ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਬਾਅਦ ਦੇ ਵਿੱਚ ਤਾਂ ਇਹੀ ਆ ਵੀ ਭਾਈ ਲਿਖਿਆ ਆਏ ਸੀ, ਹੁਣ ਤੁਸੀਂ ਕੀ ਕਰ ਲੋਗੇ ਨਿਆਣੇ ਦਾ ਜੀ ਜਦੋਂ ਹੈ ਹੀ ਆਪਦਾ। ਜੀ ਬਿਲਕੁਲ ਸਹੀ। ਇਹ ਉਹ ਆ ਜਿਹਨਾਂ ਦੇ ਲਈ ਸ਼ਰੀਂ ਬੰਨੇ ਆ। ਹਾਂ ਹੈ ਜੀ। ਹਾਂਜੀ, ਪੰਜੀਰੀ ਵੰਡੀ ਆ ਜਾਂ ਪੰਜੀਰੀ ਖਵਾਈ ਮੰਮੀ ਨੂੰ, ਜੀ ਜੀ ਜੀ। ਜਾਂ ਫਿਰ ਆਂਢ ਗੁਆਂਢ ਚ ਲੱਡੂ ਵੰਡੇ ਆ। ਇਹ ਉਹ ਆ ਜਿਹਨਾਂ ਦੀਆਂ ਵਧਾਈਆਂ ਕਮਾਲ ਦੀਆਂ ਸੀ। ਜੀ ਹਾਂ। ਤੁਸੀਂ ਪੂਰਾ ਫੋੜਾ ਚੱਲਦੇ ਹੋ ਨਹੀਂ ਫੋੜਾ ਕਿ ਮੈਨੂੰ ਐਂ ਲੱਗਦਾ ਵੀ ਭਾਈ ਇਹੋ ਜਿਹੇ ਨਿਆਣੇ ਨੂੰ ਮੈਂ ਕੀ ਕਵਾਂ, ਥਾਪੜੇ ਲਾਓ ਇਹਦੇ ਦੋ। ਨਹੀਂ ਵਾਕਈ ਪਟਾਣਾ ਸਾਹਿਬ, ਤੁਸੀਂ ਵੇਖੋ ਕਿ ਮੈਂ ਹੈਰਾਨ ਆ ਕਿ ਬੱਚੇ ਨੇ ਸੋਚ ਹੀ ਨਹੀਂ ਰੱਖੀ ਵੀ 16 ਲੱਖ ਥੋੜਾ ਹੁੰਦਾ ਕਿਤੇ ਉਡਾ ਕੇ ਉਹ ਮਾਰੇ। ਬਹੁਤ ਦੁੱਖ ਹੋਇਆ ਸੱਚੀ। ਥਾਪੜੇ 4 ਕਰ ਦਿਓ। ਹਰਮਨ ਜੀ, ਰਿਸ਼ਤੇ ਟੁੱਟਣ ਲੱਗ ਪਏ ਆ, ਅੱਛਾ ਰਿਸ਼ਤੇ ਤੜਕ ਹੋਣ ਲੱਗ ਪਏ ਆ। ਅੱਛਾ ਜੀ। ਮੁੰਡਾ ਕੁੜੀ ਇੱਕ ਦੂਜੇ ਦੇ ਹੋਣ ਤੋਂ ਪਹਿਲਾਂ ਹੀ ਅੱਡ ਹੋਣ ਲੱਗ ਪਏ ਆ। ਅੱਛਾ ਜੀ। ਮਾਪਿਆਂ ਨੇ ਜਿਹਨਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਵੀ ਇੱਕ ਨਾ ਇੱਕ ਜਣੇ ਦੇ ਸਿਹਰੇ ਵੱਜਣਗੇ, ਉਹਦੇ ਸਿਹਰੇ ਲੈਣ ਲੱਗ ਪਏ ਆ। ਅੱਛਾ ਜੀ। ਜੋ ਕੁੜੀਆਂ ਨੇ ਮਹਿੰਦੀ ਲਾਉਣੀ ਰੰਗਲੀ, ਉਹਨਾਂ ਦੇ ਸੁਪਨੇ ਅਧੂਰੇ ਪੈਣ ਲੱਗ ਪਏ ਆ। ਅੱਛਾ ਜੀ। ਬੜਾ ਕੁਝ ਹੋਣ ਲੱਗ ਪਿਆ ਇਸ ਤਾਲਾਬੰਦੀ ਦੇ ਵਿੱਚ। ਮੈਂ ਹੈਰਾਨ ਹਾਂ, ਪਰੇਸ਼ਾਨ ਹਾਂ ਹੈਰਾਨ ਵੀ ਹੋਈ ਕੀ ਜਾਂਦਾ। ਹੈਰਾਨ ਤਾਂ ਮੈਂ ਵੀ ਆ ਵੀ ਹੋਈ ਕੀ ਜਾਂਦਾ, ਪਰ ਤੁਸੀਂ ਕਿਹੜੇ ਮੁੰਡੇ ਕੁੜੀਆਂ ਦੀ ਗੱਲ ਕਰ ਰਹੇ ਉਹ ਹੋ? ਮੇਰੇ ਵੀਰ, ਹਰਿਆਣੇ ਦੇ ਵਿੱਚ ਘੱਟੋ ਘੱਟ 25 ਮੁੰਡੇ ਇਹੋ ਜਿਹੇ ਆ ਹਾਂ ਜਿਨ੍ਹਾਂ ਦੇ ਰਿਸ਼ਤੇ ਟੁੱਟ ਗਏ ਆ ਇਸ ਤਾਲਾਬੰਦੀ ਦੇ ਕਰਕੇ। ਹੁਣ ਤੁਸੀਂ ਇਹ ਦੱਸੋ ਵੀ ਜਦੋਂ ਮੁੰਡੇ ਕੁੜੀ ਦਾ ਰਿਸ਼ਤਾ ਤੈਅ ਹੁੰਦਾ, ਸਭ ਤੋਂ ਪਹਿਲੀ ਗੱਲ ਕਿਹੜੀ ਹੁੰਦੀ ਹੈ? ਸਭ ਤੋਂ ਪਹਿਲਾਂ ਇਹੀ ਪੁੱਛਿਆ ਜਾਂਦਾ ਹੈ, ਜੇਕਰ ਕੁੜੀ ਵਾਲੇ ਜਾਣ ਮੁੰਡੇ ਦੇ ਘਰੇ ਤਾਂ ਇਹ ਪੁੱਛਦੇ ਨੇ ਮੁੰਡਾ ਕੀ ਕਰਦਾ ਹੈ, ਕਿੰਨੇ ਪੈਸੇ ਕਮਾਉਂਦਾ ਹੈ, ਸਾਡੀ ਕੁੜੀ ਨੂੰ 2 ਵੇਲੇ ਦੀ ਰੋਟੀ ਦੇ ਸਕਦਾ ਹੈ ਨਹੀਂ ਦੇ ਸਕਦਾ। ਤੇ ਜੇ ਕੁੜੀ ਦੇ ਘਰੇ ਜਾਂਦੇ ਨੇ ਮੁੰਡੇ ਵਾਲੇ ਤਾਂ ਉਹ ਇਹ ਪੁੱਛਦੇ ਨੇ ਵੀ ਕੁੜੀ ਰਸੋਈ ਦਾ ਕੰਮ ਜਾਣਦੀ ਹੈ ਨਹੀਂ ਜਾਣਦੀ, ਕਿੰਨਾ ਪੜ੍ਹੀ ਲਿਖੀ ਹੈ, ਇਹ ਬਾਅਦ ਚ ਵਿਆਹ ਤੋਂ ਨੌਕਰੀ ਕਰੂਗੀ ਜਾਂ ਨਹੀਂ ਕਰੂਗੀ। ਆਹੀ ਆਮ ਗੱਲਾਂ ਹੁੰਦੀਆਂ ਨੇ। ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਆ, ਪਰ ਬਹੁਤ ਘੱਟ ਕੁੜੀਆਂ ਜਿਹੜੀਆਂ 2 ਵੇਲੇ ਰੋਟੀ ਖਾਂਦੀਆਂ, ਸਾਰੇ ਲੋਕ 3 ਵੇਲੇ ਖਾਂਦੇ ਆ, ਮੈਂ ਵੀ ਤੁਸੀਂ ਵੀ। ਪਰ ਅਗਲੀ ਗੱਲ ਉਸ ਤੋਂ ਇਹ ਆ ਬਈ ਜਦੋਂ ਹੁਣ ਆਹ ਗੱਲਾਂ ਤੈਅ ਹੋ ਗਈਆਂ, ਉਤੋਂ ਹੋ ਗਈ ਤਾਲਾਬੰਦੀ ਜੀ। ਦੁਕਾਨਾਂ ਦਫ਼ਤਰ ਬੰਦ ਹੋ ਗਏ ਤੇ ਬਹੁਤ ਸਾਰੇ ਲੋਕ ਕੰਮ ਤੋਂ ਕੱਢੇ ਗਏ। ਜਦੋਂ ਕੰਮ ਤੋਂ ਕੱਢੇ ਗਏ ਤੇ ਰਿਸ਼ਤਾ ਤੜਕ ਹੋ ਗਿਆ। ਅੱਛਾ, ਟੁੱਟ ਗਈ ਤੜਕ ਕਰਕੇ? ਮੈਂ ਨਾ ਵੀ ਜੁੜਨ ਤੋਂ ਪਹਿਲਾਂ ਟੁੱਟ ਗਈ। ਓਹੋ। ਹੁਣ ਤਾਂ ਕਹਿੰਦੇ ਸੀ ਵੀ ਰੱਬ ਉੱਤੋਂ ਜੋੜੀਆਂ ਬਣਾ ਕੇ ਭੇਜਦਾ, ਉਹ ਥੱਲੇ ਵਾਲੇ ਟਿਕਣ ਨਹੀਂ ਦਿੰਦੇ। ਕਹਿੰਦੇ ਵੀ ਜੇ ਇਹਦਾ ਕੰਮ ਛੁੱਟ ਗਿਆ, ਜੀ ਇਹਨੂੰ ਤਨਖਾਹ ਨਹੀਂ ਆਈ ਤੇ ਖਵਾਊਗਾ ਕੀ। ਹੁਣ ਰੌਲਾ ਇੱਥੇ ਵੱਧ ਗਿਆ ਤੇ ਖਬਰਾਂ ਬਣ ਗਈਆਂ ਵੀ ਹਰਿਆਣੇ ਦੇ ਵਿੱਚ 25 ਦੇ ਕਰੀਬ ਇਹੋ ਜਿਹੇ ਮੁੰਡੇ ਆ ਜਿਨ੍ਹਾਂ ਨੇ ਮਹਿਲਾ ਕਮਿਸ਼ਨ ਦੇ ਕੋਲੇ ਜਾ ਕੇ ਪਹੁੰਚ ਕੀਤੀ ਆ ਵੀ ਸਾਡਾ ਮਸਲਾ ਸੁਲਝਾਓ। ਅਸੀਂ ਤਾਂ ਵਿਆਹ ਦੇ ਜਿਹੜੇ ਆ ਉਹ ਲੱਡੂ ਖਾਣ ਨੂੰ ਫਿਰਦੇ ਆ, ਸਾਡੇ ਤਾਂ ਅੰਦਰ ਲੱਡੂ ਫੁੱਟਦੇ ਆ ਵੀ ਭਾਈ ਹੁਣ ਸਾਡੇ ਵਾਲੀ ਐ ਹੋਊਗੀ, ਉਹ ਚੂੜਾ ਛਣਕਾਇਆ ਕਰੂਗੀ, ਵਿਹੜੇ ਦੇ ਵਿੱਚ ਪਹਿਲਾਂ ਪਾਇਆ ਕਰੂਗੀ, ਪਰ ਸਾਡੇ ਤਾਂ ਸੁਪਨਿਆਂ ਦੇ ਉੱਤੇ ਵਧਾਣੀ ਸੱਟ ਵੱਜੀ ਆ। ਓਏ ਹੋਏ, ਇੰਨੀ ਵਧਾਣੀ ਵੱਜ ਗਈ। ਨਹੀਂ ਦੇਖੋ ਟਾਣਾ ਸਾਹਿਬ, ਗੱਲ ਇਹ ਹੈ ਵੀ ਇਸ ਖਬਰ ਦੇ ਉੱਪਰ ਹੁਣ ਕੀ ਪ੍ਰਤੀਕਿਰਿਆ ਦਿੱਤੀ ਜਾਵੇ, ਹੈ ਨਾ। ਇੱਕ ਤਰੀਕੇ ਨਾਲ ਜਿਹੜੇ ਕੁੜੀ ਦੇ ਘਰ ਦੇ ਨੇ ਉਹ ਵੀ ਸਹੀ ਨੇ ਕਿ ਉਹਨਾਂ ਨੂੰ ਇਹ ਚਿੰਤਾ ਹੈ ਕਿ ਮੁੰਡਾ ਜਿਹੜਾ ਉਹ ਕੀ ਖਵਾਊਗਾ, ਹੈ ਨਾ। ਜੇ ਪੈਸਾ ਨਹੀਂ ਆਊਗਾ ਘਰੇ ਤਾਂ ਫਿਰ ਬਣੂ ਕੀ। ਪਰ ਦੂਸਰੇ ਬੰਨੇ ਉਹ ਗਲਤ ਵੀ ਨੇ, ਕਿਉਂਕਿ ਜਿੱਥੇ ਇੱਕ ਵਾਰ ਰਿਸ਼ਤਾ ਜੋੜ ਲਿਆ ਤੇ ਕੁੜੀ ਦਾ ਤਾਂ ਇਹ ਕੰਮ ਆ ਕਿ ਚਾਹੇ ਮਾੜਾ ਵੇਲਾ ਹੋਏ ਚਾਹੇ ਚੰਗਾ ਵੇਲਾ ਹੋਏ, ਹਰੇਕ ਸਮੇਂ ਦੇ ਵਿੱਚ ਉਹ ਆਪਣੇ ਘਰ ਵਾਲੇ ਦਾ ਸਾਥ ਦੇਵੇ। ਗੱਲ ਤੁਸੀਂ ਫੇਰ ਉਸ ਪਿੰਡ ਦੇ ਸਰਪੰਚ ਵਾਲੀ ਕੀਤੀ ਆ ਜੇ ਹੁਣ ਵੀ ਗੱਲ ਇਹ ਵੀ ਠੀਕ ਆ ਵੀ ਕੁੜੀ ਵਾਲੇ ਸਹੀ ਆ, ਪਰ ਗੱਲ ਇਹ ਵੀ ਆ ਵੀ ਕੁੜੀ ਵਾਲੇ ਗਲਤ ਆ। ਨਹੀਂ ਮਤਲਬ ਗਲਤ ਇਸ ਤਰੀਕੇ ਨਾਲ ਟਾਣਾ ਸਾਹਿਬ, ਹੁਣ ਜੇ ਵਿਆਹ ਹੋ ਗਿਆ ਹੁੰਦਾ ਫੇਰ ਇਹ ਸਾਰਾ ਕੁਝ ਹੁੰਦਾ, ਤਾਲਾਬੰਦੀ ਹੁੰਦੀ, ਤੇ ਫੇਰ ਕੀ ਕੁੜੀ ਨੂੰ ਘਰੇ ਲਿਆ ਕੇ ਬਿਠਾ ਲੈਣਾ ਸੀ? ਮੈਂ ਤੁਹਾਨੂੰ ਦੱਸਦਾ, ਮੈਨੂੰ ਇੱਕ ਚੇਤਾ ਆ ਗਿਆ ਹੁਣ ਗੱਲ ਦਾ। ਇੱਕ ਵਾਰੀ ਇੱਕ ਮੁੰਡਾ ਬੜਾ ਸਪਸ਼ਟਵਾਦੀ, ਜਿਹੜੀ ਗੱਲ ਵੀ ਕਹਿਣਾ ਮੂੰਹ ਦੇ ਉੱਤੇ ਠਾ ਕਰਕੇ ਕਹਿ ਦਿੰਦਾ ਸੀ, ਉਹਨੂੰ ਵੇਖਣ ਵਾਲੇ ਨਾ ਕੁੜੀ ਵਾਲੇ ਆ ਗਏ। ਅੱਛਾ ਜੀ। ਉਹ ਕਹਿੰਦੇ ਜੀ ਤੁਹਾਡੇ ਕੋਲੇ ਜ਼ਮੀਨ ਕਿੰਨੀ ਆ? ਮੁੰਡਾ ਤਾਂ ਕਹਿੰਦੇ ਸਾਨੂੰ ਪਸੰਦ ਆ, ਉੱਚਾ ਲੰਮਾ ਲੰਜਾ ਸੋਹਣਾ। ਕਹਿੰਦੇ ਵੀ ਤੁਹਾਡੇ ਕੋਲੇ ਜ਼ਮੀਨ ਕਿੰਨੀ ਆ? ਉਹ ਬੰਦੇ ਵਿਚਾਰੇ ਸਿੱਧੇ ਤੇ ਸਪਸ਼ਟ ਕਹਿੰਦੇ ਵੀ ਸਾਡੇ ਕੋਲੇ ਹੈਗਾ 1.5 ਕਿੱਲਾ ਜ਼ਮੀਨ ਦਾ। ਵੇਖ ਕੇ ਇੰਜ ਕਰਨ ਲੱਗੇ, ਔਖਾ। ਕਿਉਂ? ਆਪਾਂ ਨੂੰ ਤਾਂ ਚਾਹੀਦਾ ਘੱਟੋ ਘੱਟ ਵੀ 20 ਕਿੱਲਿਆਂ ਵਾਲਾ ਮੁੰਡਾ। ਕਿਉਂ? ਕਹਿੰਦੇ ਵੀ ਅਸੀਂ ਤਾਂ ਸੋਚਿਆ ਹੀ ਸ਼ੁਰੂ ਤੋਂ ਇਹ ਆ ਵੀ 20 ਕਿੱਲਿਆਂ ਵਾਲਿਆਂ ਦੇ ਘਰੇ ਕੁੜੀ ਵਿਆਹਣੀ ਆ। ਉਹ ਮੁੰਡਾ ਬੜਾ ਸਪਸ਼ਟ ਸੀਗਾ। ਫਿਰ ਕਹਿੰਦਾ ਮੈਨੂੰ ਇਹ ਦੱਸੋ ਜੀ ਵੀ ਜੇਕਰ ਸਾਡੇ ਕੋਲੇ 20 ਕਿੱਲੇ ਹੁੰਦੇ ਤਾਂ ਸਾਡੇ ਜਦੋਂ ਝੋਨਾ ਲੱਗਣਾ ਸੀਗਾ ਤੇ ਸਾਨੂੰ ਪ੍ਰਵਾਸੀ ਮਜ਼ਦੂਰ ਵੀ ਉਦੋਂ 20-25 ਨਾਲ ਲਾਉਣੇ ਪੈਣੇ ਸੀ। ਇੱਕ ਮਜ਼ਦੂਰ ਦੀਆਂ ਇੱਕ ਵੇਲੇ ਦੀਆਂ 5 ਰੋਟੀਆਂ ਲਾ ਕੇ ਚੱਲੋ ਤੇ 25 ਨੂੰ ਕਰ ਲਓ 5 ਦੇ ਨਾਲ ਗੁਣਾ, 125 ਬਣਦੇ ਆ। ਤੁਹਾਡੀ ਕੁੜੀ ਇੱਕ ਵੇਲੇ 125 ਰੋਟੀਆਂ ਲਾ ਸਕਦੀ ਸੀ। ਕਹਿੰਦੇ ਅਸੀਂ ਤਾਂ ਕੰਮ ਲਾਈ ਨਹੀਂ। ਤੇ ਕਹਿੰਦੇ ਫਿਰ 20 ਕਿੱਲੇ ਕਾਹਦੇ ਭਾਲਦੇ ਹੋ? ਤੁਸੀਂ ਕੁੜੀ ਕੰਮ ਤੇ ਨਹੀਂ ਲਾਈ, ਮੈਂ ਤਾਂ ਆਪਦੇ ਹੱਥੀਂ ਕੰਮ ਕਰਨਾ ਸੀ। ਮੈਂ ਤਾਂ ਇਹ ਵੀ ਕਹਿਣਾ ਸੀ ਵੀ ਕਈ ਚੱਕ ਭਗਵਾਨ ਨੇ ਵੱਟਾਂ ਘੜਦੇ ਆ। ਮੈਂ ਤਾਂ ਇਹ ਵੀ ਕਹਿਣਾ ਸੀ ਵੀ ਝੋਨਾ ਆਪਾਂ ਆਪ ਲਾਉਣਾ। ਕਹਿਣ ਦਾ ਭਾਵ ਇਹ ਹੈ ਵੀ ਰਿਸ਼ਤੇ ਆ ਨਾ, ਕਈ ਵਾਰ ਸ਼ਖਸੀਅਤ ਵੇਖ ਕੇ, ਬੰਦੇ ਦਾ ਰੁਤਬਾ ਜਾਂ ਬੰਦੇ ਦੀ ਨੌਕਰੀ ਕਿਹੋ ਜੀ ਆ ਇਹ ਦੇਖ ਕੇ ਨਹੀਂ,
ਕਿੱਲੇ ਵੇਖ ਕੇ ਕੀਤੇ ਜਾਂਦੇ ਆ ਜੀ। ਪਰ ਇਹ ਗਲਤ ਚੀਜ਼ ਆ ਟਾਣਾ ਬਿਲਕੁਲ। ਸਾਹਿਬ, ਕਿਉਂਕਿ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਆਪਣੇ ਧੀ ਪੁੱਤ ਨੂੰ ਇਹੋ ਜਿਹਾ ਬਣਾਉਣਾ ਚਾਹੀਦਾ ਵੀ ਵਿਆਹ ਤੋਂ ਬਾਅਦ ਦੋਵੇਂ ਜੀ ਰਲ ਕੇ ਆਪਣਾ ਸਾਰਾ ਕੁਝ ਬਣਾ ਸਕਣ, ਗੱਲ ਆ। ਹੈਨਾ। ਵੀ ਉਹ ਕਹਿਣ ਵੀ ਭਾਈ ਦੇਖ ਜੋ ਵੀ ਆ ਉਹ ਤੇਰੇ ਮਾਪਿਆਂ ਦਾ ਹੈ, ਹਾਂ। ਵਿਆਹ ਤੋਂ ਬਾਅਦ ਸਾਡੀ ਕੁੜੀ ਵੀ ਉਨੀ ਮਿਹਨਤ ਕਰੂਗੀ ਤੇ ਤੂੰ ਵੀ ਇੰਨੀ ਮਿਹਨਤ ਕਰੀ, ਤੇ ਦੋਵੇਂ ਜਣੇ ਆਪਣਾ ਰਲ ਕੇ ਜੋ ਮਰਜ਼ੀ ਬਣਾ ਲਿਓ। ਹਾਂ ਸਹੀ ਹੈ ਨਾ। ਮੈਂ ਕਮਾਲ ਕਰਤੀ। ਏਦਾਂ ਹੀ ਹੋਣੀ ਮੈਨੂੰ ਇੱਕ ਚਾਹੀਦੀ ਹੈ। ਹੋਰ ਗੱਲ ਚੇਤੇ ਆ ਹਾਂਜੀ। ਗਈ। ਕਈ ਵਾਰੀ ਇੱਕ ਬੀਬੀ ਦੂਜੀ ਬੀਬੀ ਦੇ ਉੱਤੇ ਸਾੜਾ ਕਰਦੀ ਹੁੰਦੀ ਆ ਪਰ ਢਿੱਡੋਂ ਦੱਸਦੀ ਨਹੀਂ। ਅੱਛਾ ਇਹ ਜੀ। ਸਾਰੀਆਂ ਦੇ ਉੱਤੇ ਨਹੀਂ ਲਾਗੂ ਕਰਦੇ ਗੱਲ, ਕੁਝ ਇੱਕ ਕਈ ਪਾਸੇ ਹਰ ਥਾਂ ਦੇ ਉੱਤੇ ਮਿਲ ਜਾਂਦੇ ਹੀ ਹਨ ਲੋਕ। ਉਹ ਕਹਿੰਦੇ ਵੀ ਇੱਕ ਬੀਬੀ ਆਪਣੀ ਗਵਾਂਢਣ ਨੂੰ ਕਹਿੰਦੀ ਅੱਛਾ ਜੀ। ਬਈ ਜੇਕਰ ਕੋਈ ਬੰਦਾ दारू ਪੀਂਦਾ ਹੋਵੇ ਤੇ दारू ਪੀ ਕੇ ਡਿੱਗ ਪਏ, ਤੂੰ ਇਹੋ ਜਿਹੇ ਬੰਦੇ ਨੂੰ ਪਸੰਦ ਕਰੇਂਗੀ? ਨਹੀਂ। ਕਹਿੰਦੀ ਕਦੀ ਵੀ ਨਹੀਂ। ਕਹਿੰਦੀ ਜੇ ਕੋਈ ਬੰਦਾ ਆਪਦੀ ਸਿਹਤ ਦਾ ਪੂਰਾ ਖਿਆਲ ਨਾ ਰੱਖਦਾ ਹੋਵੇ, ਐਡਾ ਚਟੂਰੇ ਵਰਗਾ ਢਿੱਡ ਲਈ ਫਿਰੇ, ਤੂੰ ਇਹੋ ਜਿਹੇ ਬੰਦੇ ਨੂੰ ਪਸੰਦ ਕਰੇਂਗੀ? ਕਹਿੰਦੀ ਕਦੀ ਵੀ ਨਹੀਂ। ਓਹ। ਕਹਿੰਦੀ ਵੀ ਜੇਕਰ ਕੋਈ ਇਹੋ ਜਿਹਾ ਬੰਦਾ ਹੋਵੇ ਗਾਲ ਤੋਂ ਬਿਨਾਂ ਗੱਲ ਨਾ ਕਰੇ ਤੇ ਤੂੰ ਇਹੋ ਜਿਹੇ ਬੰਦੇ ਨੂੰ ਪਸੰਦ ਕਰੇਂਗੀ? ਕਹਿੰਦੀ ਕਦੀ ਵੀ ਨਹੀਂ। ਕਹਿੰਦੀ ਇਹੋ ਜਿਹੇ ਬੰਦੇ ਨੂੰ ਪਸੰਦ ਕਰੇਂਗੀ ਵੀ ਅੱਜ ਕੰਮ ਤੇ ਗਿਆ ਤੇ 2 ਦਿਨ ਘਰੇ ਬੈਠਾ ਰਵੇ, ਮੰਜਾ ਤੋੜੀ ਜਾਵੇ? ਕਹਿੰਦੀ ਕਦੀ ਵੀ ਨਹੀਂ। ਤੇ ਕਹਿੰਦੀ ਫਿਰ ਮੇਰੇ ਵਾਲੇ ਦੇ ਪਿੱਛੇ ਕਾਹਤੋਂ ਲੱਗੀ ਆ? ਹੈ ਉਹ ਇਹੋ ਜਿਹਾ ਹੀ ਆ, ਤੂੰ ਮਗਰ ਕਿਉਂ ਲੱਗੀ ਉਹਦੇ? ਟਾਣਾ ਸਾਹਿਬ ਕਿੱਦਾਂ ਕਿੱਦਾਂ ਦੀਆਂ ਗੱਲਾਂ ਸੁਣਾਉਣ ਲੱਗੇ? ਮੈਂ ਸੁਣੀਆਂ ਬਈ ਮਤਲਬ ਇਹ ਕਹਿਣ ਦਾ ਇੱਕ ਤਰੀਕਾ ਹੁੰਦਾ ਗੱਲ ਨੂੰ ਘੁਮਾ ਫਿਰਾ ਕੇ ਕਿਸੇ ਦੇ ਖਾਨੇ 'ਚ ਪਾਉਣ ਦਾ। ਬਿਲਕੁਲ ਹੁੰਦਾ ਤਾਂ ਹੈ, ਹਾਂ। ਪਰ ਹਰ ਗੱਲ ਪ੍ਰੋਗਰਾਮ 'ਚ ਸਾਂਝੀ ਕਰਨ ਲਈ ਵੀ ਨਹੀਂ ਹੁੰਦੀ। ਉਹ ਨਹੀਂ, ਦੇਖੋ ਆਪਣੇ ਪਰਿਵਾਰ ਦੇ ਜੀ ਆ। ਮੇਰਾ ਮਾਹੀ ਤੂੰ ਪੱਟਿਆ, ਹਾਂ। ਪੱਟਿਆ ਗਵਾਂਢਣੇ ਤੂੰ। ਬਸ ਆਹ ਗੱਲ ਆ। ਇਹ ਠੀਕ ਆ। ਇਹ ਗਾਣੇ ਐਵੇਂ ਥੋੜੀ ਬਣਦੇ ਆ। ਬਿਲਕੁਲ ਆਲੇ ਦੁਆਲੇ ਦਾ ਮਾਹੌਲ ਵੇਖ ਕੇ ਹੀ ਬਸ ਹੁਣ ਅਗਲੀਆਂ ਖਬਰਾਂ ਵੱਲ ਵਧੀਆ। ਟਾਣਾ ਬਿਲਕੁਲ ਜੀ, ਸਾਹਿਬ ਬਿਲਕੁਲ। ਤੁਹਾਨੂੰ ਇੱਕ ਚੀਜ਼ ਯਾਦ ਆ? ਮੈਨੂੰ ਤਾਂ ਬਹੁਤ ਕੁਝ ਯਾਦ ਆ। ਤੁਹਾਨੂੰ ਇੱਕ ਗੱਲ ਯਾਦ ਆ ਸਰਕਾਰ ਦੀ? ਮੈਨੂੰ ਬਹੁਤ ਸਾਰੀਆਂ ਗੱਲਾਂ ਚੇਤੇ ਆ। ਇੱਕ ਵਾਅਦਾ ਕੀਤਾ ਸੀ ਸਰਕਾਰ ਨੇ। ਉਹ ਮੈਨੂੰ ਇਸ ਸਰਕਾਰ ਦੇ ਵੀ ਵਾਅਦੇ ਚੇਤੇ ਆ, ਮੈਨੂੰ ਪਿਛਲੀ ਸਰਕਾਰ ਦੇ ਵੀ ਵਾਅਦੇ ਇੱਕ ਚੇਤੇ ਆ। ਵਾਅਦਾ ਕਰਕੇ ਜਾਵੀਂ ਅਗਲੀ ਮੁਲਾਕਾਤ ਦਾ ਇਹ ਗਾਣਾ ਵੀ ਆਇਆ ਸੀ। ਤੁਸੀਂ ਪਹਿਲਾਂ ਨਾ ਰੰਗਾ ਰੰਗ ਪ੍ਰੋਗਰਾਮ ਹੀ ਪੇਸ਼ ਕਰ ਲਓ, ਅੱਜ ਚਿੱਤਰਹਾਰੀ ਚੱਲਣ ਦਿਓ। ਟਾਣਾ ਸਾਹਿਬ ਮੈਂ ਇੱਕ ਗਾਣਾ ਸੁਣਾਵਾਂ ਤਾਂ ਤੁਹਾਨੂੰ ਤੰਗੀ ਹੋ ਜਾਂਦੀ ਹੈ। ਹਾਂ। ਆਪ ਪਤਾ ਨਹੀਂ ਆਂਡੀਆਂ ਗਵਾਂਡੀਆਂ ਕਿਹਨਾਂ ਦੀਆਂ ਗੱਲਾਂ ਸੁਣਾਉਂਦੇ ਨੇ ਤੁਸੀਂ ਮੁੱਖ ਧਾਰਾ ਦੇ ਵਿੱਚ ਆਓ, ਮੇਨ ਗੱਲ ਦੇ ਉੱਤੇ ਆਓ, ਮੁੱਖ ਗੱਲ ਮੈਨੂੰ ਸੁਣਾਓ। ਮੈਨੂੰ ਨਹੀਂ ਹੁੰਦਾ ਹੈ। ਮੈਂ ਮੁੱਖ ਬਾਅਦ ਚ ਕਹਤਾ। ਅੱਛਾ ਜੀ, ਇਹ ਹਾਂ। ਕਿਵੇਂ? ਹੂੰ। ਤੁਸੀਂ ਇਹ ਦੱਸੋ ਤੁਹਾਨੂੰ ਵਾਅਦੇ ਯਾਦ ਨੇ? ਕੈਪਟਨ ਸਰਕਾਰ ਨੇ ਕਿਹੜੇ-ਕਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ? ਬਹੁਤ ਸਾਰੇ ਵਾਅਦੇ ਕੀਤੇ ਸੀਗੇ ਜਿਵੇਂ ਕਿ? ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਅੱਛਾ ਜੀ। ਅਸੀਂ ਜੀ ਮਹਿੰਗਾਈ ਘਟਾ ਦੇਵਾਂਗੇ, ਅਸੀਂ ਬੇਰੁਜ਼ਗਾਰੀ ਭੱਤਾ ਬਹੁਤ ਸਾਰਾ ਦੇਵਾਂਗੇ, ਕੱਚਿਆਂ ਨੂੰ ਪੱਕੇ ਕਰ ਦੇਵਾਂਗੇ, ਅਸੀਂ ਜੀ ਮੋਬਾਈਲ ਲੈ ਕੇ ਦੇਵਾਂਗੇ, ਅਸੀਂ ਜੀ ਲਹਿਰਾਂ ਬਹਿਰਾਂ ਲਾ ਦੇਵਾਂਗੇ, ਇੱਕ ਮਿੰਟ। ਬਈ ਕਮਾਲਾਂ ਹੀ ਕਰ ਦੇਵਾਂਗੇ। ਮੇਰੇ ਪੋਟੇ ਨਹੀਂ ਮੁੱਕੇ। ਅਸੀਂ ਜੀ ਤੁਸੀਂ ਚਿੰਤਾ ਨਹੀਂ ਕਰਨੀ, ਪਿਛਲੀ ਟਾਣਾ ਸਰਕਾਰ ਨੇ ਬਹੁਤ ਸਾਹਿਬ। ਧੱਕੇਸ਼ਾਹੀਆਂ ਕੀਤੀਆਂ, ਅਸੀਂ ਕੁਝ ਕਰਕੇ ਦਿਖਾਉਣਾ ਚਾਹੁੰਦੇ ਆ। ਕੈਪਟਨ ਸਾਹਿਬ ਨੇ ਕਿਹਾ ਸੀ ਜੀ ਕਿ ਇਹ ਮੇਰੇ ਲਈ ਆਖਰੀ ਚੋਣ ਆ, ਤੁਸੀਂ ਮੈਨੂੰ ਇੱਕ ਵਾਰੀ ਮੁਕਾਮ ਦਿਓ ਤੇ ਮੈਂ ਜਾਂਦਾ ਜਾਂਦਾ ਪੰਜਾਬ ਦਾ ਰਿਣ ਉਤਾਰਨਾ ਚਾਹੁੰਦਾ। ਫਿਰ ਉਹਨਾਂ ਨੇ ਬਾਅਦ ਦੇ ਵਿੱਚ ਕਿਹਾ ਸੀ ਜੀ ਕਿ ਨਹੀਂ, ਬਹੁਤ ਸਾਰੇ ਮਸਲੇ ਹਨ, ਮੈਂ ਕਿਤੇ ਨਹੀਂ ਚੱਲਿਆ ਗਿਆ, ਤੁਹਾਨੂੰ ਗਲਤ ਲੱਗਾ। ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ। ਹਾਂ। ਟਾਣਾ ਸਾਹਿਬ ਗੱਲ ਇੱਥੇ ਮੁਕਾ ਦਿਓ, ਮੈਂ ਗੱਲ ਕਰਨ ਲੱਗੀ ਸੀ ਮੋਬਾਈਲਾਂ ਦੀ। ਅੱਛਾ, ਤੁਹਾਨੂੰ ਯਾਦ ਆ ਵੀ ਕੈਪਟਨ ਸਰਕਾਰ ਨੇ ਮੋਬਾਈਲ ਵੀ ਵੰਡਣੇ ਸੀ? ਮੈਨੂੰ ਤਾਂ ਚੇਤੇ ਆ, ਮੈਨੂੰ ਲੱਗਦਾ ਤੁਹਾਨੂੰ ਮਿਲ ਗਿਆ ਜਿਹੜਾ ਮੋਬਾਈਲ ਚੇਤੇ ਆ ਗਿਆ ਨਾ। ਨਹੀਂ ਨਹੀਂ ਨਹੀਂ, ਮੈਂ ਨਾ ਤਾਂ ਲੈਣਾ ਸੀ ਤੇ ਨਾ ਹੀ ਮੈਂ ਉਹ ਕੀ ਫਾਰਮ ਜਿਹਾ ਭਰਿਆ ਸੀ, ਹਨਾ। ਜੇ ਕਿਸੇ ਨੂੰ ਮਿਲਿਆ ਤਾਂ ਉਹਨੂੰ ਸੈਨੀਟਾਈਜ਼ ਕਰਨਾ, ਕਿਉਂਕਿ ਉਹ ਚੀਨ ਤੋਂ ਆਇਆ। ਇਸ ਕਰਕੇ ਉਹਨੂੰ 3-4 ਵਾਰੀ ਨਾ ਐ ਪਾਉਣਾ ਉਬਲਦੇ ਪਾਣੀ ਦੇ ਵਿੱਚ। ਉਸ ਤੋਂ ਬਾਅਦ ਜਦੋਂ ਕੀਟਾਣੂ ਮਰ ਗਏ ਫਿਰ ਉਹਨੂੰ ਸੈਨੀਟਾਈਜ਼ ਕਰਨਾ ਉਹਨੂੰ। ਉਸ ਤੋਂ ਬਾਅਦ ਕੰਨ ਦੇ ਨਾਲ ਲਾਉਣਾ, ਕਿਉਂਕਿ ਵਿੱਚ ਇਹ ਨਾ ਹੋਵੇ ਵਿਸ਼ਾਣੂ ਫਸਿਆ ਹੋਵੇ ਉਹਦੇ। ਟਾਣਾ ਸਾਹਿਬ ਮੈਨੂੰ ਲੱਗਦਾ ਤੁਸੀਂ ਨੌਬਤ ਹੀ ਨਹੀਂ ਆਉਣੀ, ਕਿਉਂਕਿ ਪਹਿਲਾਂ ਵੀ ਕੈਪਟਨ ਸਾਹਿਬ ਇਹ ਕਹਿ ਚੁੱਕੇ ਨੇ ਵੀ ਇਹ ਕਰੋਨਾ ਹੋ ਗਿਆ ਨਾ, ਇਹਦੇ ਕਰਕੇ ਮੋਬਾਈਲ ਵੰਡੇ ਨਹੀਂ ਗਏ। ਹੁਣ ਵੀ ਉਹਨਾਂ ਨੇ ਇਹੀ ਬਹਾਨਾ ਦੁਬਾਰਾ ਲਾਉਣਾ। ਹੁਣ ਤਾਂ ਮੈਨੂੰ ਲੱਗਦਾ ਜਮਾ ਹੀ ਨਹੀਂ ਵੰਡੇ ਜਾਣੇ। ਜਿੱਥੇ ਚੀਨੀ ਐਪਸ ਜਿਹੜੀਆਂ ਨੇ ਉਹ ਬੰਦ ਕਰਨ ਦੀ ਗੱਲ ਹੈ, ਹੌਲੀ ਹੌਲੀ ਮੈਨੂੰ ਲੱਗਦਾ ਫੋਨ ਵੀ ਬੰਦ ਕਰਨਗੇ। ਤੇ ਆਹ ਵਾਲੇ ਵੀ ਕਹਿੰਦੇ ਸੁੱਖ ਨਾ ਆਉਣੇ ਚਾਈਨਾ ਤੋਂ ਹੀ ਸੀ। ਇਹ ਕਿੱਥੋਂ ਮਿਲ ਜਾਣਗੇ ਲੋਕਾਂ ਨੂੰ? ਕੈਪਟਨ ਸਾਹਿਬ ਨੇ ਪਿਛਲੇ ਦਿਨੀ ਇਹ ਗੱਲ ਕਹੀ ਆ ਜੀ। ਕਹਿੰਦੇ ਵੀ ਅਸੀਂ ਇਹ ਮੋਬਾਈਲ ਲੈਣ ਦੇ ਲਈ ਪੂਰੀ ਤਿਆਰੀ ਕਰ ਲਈ, ਉਧਰੋਂ ਹੋ ਗਈ ਤਾਲਾਬੰਦੀ, ਚੀਨ ਨੇ ਫੈਲਾਤਾ ਵਾਇਰਸ। ਕਹਿੰਦੇ ਵੀ ਹੁਣ ਅਸੀਂ ਭਾਰਤ ਦੀ ਇੱਕ ਕੰਪਨੀ ਦੇ ਨਾਲ ਗੱਲ ਕੀਤੀ ਆ। ਪਹਿਲਾਂ ਇਸ ਗੱਲ ਦੀ ਪੜਤਾਲ ਕਰ ਰਹੇ ਆ ਵੀ ਕਿਤੇ ਭਾਰਤ ਦੀ ਇਸ ਕੰਪਨੀ ਦਾ ਸੰਬੰਧ ਅਸਿੱਧੇ ਤਰੀਕੇ ਨਾਲ ਚੀਨ ਨਾਲ ਤਾਂ ਨਹੀਂ ਜੁੜਿਆ। ਇਹ ਨਾ ਹੋਵੇ ਵੀ ਉੱਥੇ ਹੀ ਫੇਰ ਗੱਲ ਆ ਜੇ। ਆਪਾਂ ਹੁਣ ਚੀਨੀ ਸਮਾਨ ਦਾ ਜਦੋਂ ਬਾਈਕਾਟ ਕਰਦੇ ਆ ਨਾ ਤਾਂ ਗੱਲ ਮੰਨਿਆ ਕਰੋ। ਤੇ ਚੀਨੀ ਡੋਰ ਤਾਂ ਅੱਜ ਤਾਂ ਹੀ ਨਹੀਂ ਹੋਈ ਬੰਦ। ਉਹ ਨਹੀਂ ਹੋਈ। ਚੀਨੀ ਭਾਂਡੇ ਵੀ ਨਹੀਂ ਹੋਏ, ਨਹੀਂ ਹੋਏ, ਲਾਈਟਾਂ ਵੀ ਨਹੀਂ ਹੋਈਆਂ, ਚੀਨੀ ਚੀਜ਼ਾਂ ਵੀ ਨਹੀਂ ਹੋਈਆਂ। ਉਹ ਗੱਲ ਸਿਰਫ ਮੋਬਾਈਲ ਦੀ ਚੱਲ ਰਹੀ ਆ। ਅੱਛਾ, ਆਪਾਂ ਜੇ ਕੱਲੀ ਗੱਲ ਕਰਾਂਗੇ ਸਰਕਾਰ ਦੀ ਫਿਰ ਤਾਂ ਬਿਲਕੁਲ ਹੀ ਗਲਤ ਕੰਮ ਹੋ ਜਾਣਾ। ਇਸ ਕਰਕੇ ਭਾਈ ਪਹਿਲਾਂ ਮੋਬਾਈਲ ਦੀ ਗੱਲ ਕਰਨੀ ਆ। ਅੱਛਾ ਜੀ, ਠੀਕ ਆ। ਤੇ ਮੋਬਾਈਲ ਮਤਲਬ ਹੁਣ ਮਿਲਣਗੇ ਲੋਕਾਂ ਨੂੰ ਕਿ ਨਹੀਂ ਮਿਲਣਗੇ? ਦੇਖੋ 3.5 ਸਾਲ ਹੋ ਗਏ ਆ, ਫਿਲਹਾਲ ਤਾਂ ਆਪਾਂ ਨੂੰ ਹੌਸਲਾ ਮਿਲ ਰਿਹਾ, ਪਿਆਰ ਮਿਲ ਰਿਹਾ, ਆਸ਼ੀਰਵਾਦ ਮਿਲ ਰਿਹਾ ਜੀ। ਤੇ ਬਾਕੀ ਜਿਹੜਾ ਸਮਾਂ ਉਹਦੇ ਵਿੱਚੋਂ ਆਪਾਂ 5-6 ਮਹੀਨੇ ਆਪਾਂ ਕੱਢਾਂਗੇ ਬਈ ਭਾਰਤ ਦੇ ਸਬੰਧ ਕਿਤੇ ਉਸ ਕੰਪਨੀ ਦੇ ਬਾਹਰ ਵਾਲੀ ਤਾਂ ਨਹੀਂ। ਬਿਲਕੁਲ, ਫਿਰ ਉਸ ਤੋਂ ਬਾਅਦ ਗੱਲ ਕਰਨੀ ਜੀ। ਨਾਲੇ ਵੈਸੇ ਵੀ ਟਾਣਾ ਸਾਹਿਬ ਜੇ
ਸਾਰੇ ਹੀ ਕੰਮ ਉਹਨਾਂ ਨੇ ਆਪਣੇ ਇਸ ਸਮੇਂ ਦੇ ਦੌਰਾਨ ਕਰ ਦਿੱਤੇ ਤਾਂ ਫਿਰ ਅਗਲੇ 5 ਸਾਲਾਂ ਚੋਂ ਕੀ ਕਰਨਗੇ? ਵੋਟਾਂ ਵੀ ਲੈਣੀਆਂ ਨੇ, ਬਸ ਇਹੀ ਗੱਲ ਲੋਕਾਂ ਨੂੰ ਦੁਬਾਰਾ ਵੀ ਤਾਂ ਕੁਝ ਕਹਿਣਾ ਵੀ ਅਸੀਂ ਇਸ ਲਈ ਵੋਟਾਂ ਮੰਗ ਰਹੇ ਹਾਂ ਵੀ ਤੁਹਾਡੇ ਆਹ ਕੰਮ ਅਧੂਰੇ ਜਿਹੜੇ ਰਹਿ ਗਏ ਪੂਰੇ ਕਰਨੇ ਨੇ। ਸੋ ਇਸ ਲਈ ਵੋਟਾਂ ਦੇ ਲਈ ਕੁਝ ਤਾਂ ਚਾਹੀਦਾ ਉਹਨਾਂ ਨੂੰ। ਤੇ ਮੇਰੀ ਇੱਕ ਪੰਜਾਬੀਆਂ ਨੂੰ ਬੇਨਤੀ ਆ ਵੀ ਮੋਬਾਈਲਾਂ ਮਬੂਲਾਂ ਦੇ ਉੱਤੇ ਵਾਲਾ ਨਾ ਡੁੱਲਿਆ ਕਰੋ। ਬਾਹਰਲੇ ਲੋਕਾਂ ਕੋਲੋਂ ਸਿੱਖੋ। ਜਦੋਂ ਸਾਡੇ ਨੇਤਾ ਕਹਿੰਦੇ ਆ ਵੀ ਪੰਜਾਬ ਨੂੰ ਕੈਨੇਡਾ ਵਰਗਾ, ਅਮਰੀਕਾ ਵਰਗਾ, ਕੈਲੀਫੋਰਨੀਆ ਵਰਗਾ ਬਣਾ ਦੇਾਂਗੇ, ਕਦੇ ਇਹ ਵੀ ਸੋਚਿਆ ਕਰੋ ਵੀ ਉੱਥੋਂ ਦੇ ਲੋਕ ਵੀ ਮੋਬਾਈਲਾਂ ਪਿੱਛੇ ਐ ਕਰਦੇ ਆ। ਕਦੇ ਇਹ ਵੀ ਸੋਚੋ ਵੀ ਉਹ ਵੀ ਇੰਨੇ ਮੁਫਤਖੋਰੇ ਆ। ਆਪਾਂ ਰੁਜ਼ਗਾਰ ਦੀ ਗੱਲ ਕਰੀਏ, ਆਪਾਂ ਸਿਹਤ ਸਹੂਲਤਾਂ ਦੀ ਗੱਲ ਕਰੀਏ, ਆਪਾਂ ਚੰਗੀ ਸਕੂਲੀ ਸਿੱਖਿਆ ਸਾਨੂੰ ਮੁਹੱਈਆ ਕਰਵਾਓ, ਇਹਦੀ ਗੱਲ ਕਰੀਏ। ਨਾ ਕਿ ਵੀ ਮੁਫਤ ਦੇ ਵਿੱਚ ਸਾਨੂੰ ਆਹ ਦੇ ਦਿਓ, ਮੁਫਤ ਦੇ ਵਿੱਚ ਸਾਨੂੰ ਆਹ ਦੇ ਦਿਓ। ਤੇ ਮੁਫਤ ਦੇ ਵਿੱਚ ਚੀਜ਼ ਮਿਲਦੀ ਆ ਮੰਗਤਿਆਂ ਨੂੰ, ਤੇ ਮੰਗਤਿਆਂ ਦਾ ਕਿੰਨਾ ਸਤਿਕਾਰ ਆ ਸਮਾਜ ਦੇ ਵਿੱਚ ਆਪਾਂ ਜਾਣਦੇ ਆ। ਇਸ ਕਰਕੇ ਆਪਾਂ ਮੰਗਤੇ ਨਹੀਂ, ਆਪਾਂ ਗੈਰਤਮੰਦ ਨਹੀਂ, ਆਪਾਂ ਗੈਰਤਮੰਦ ਬਣਨਾ ਜੀ। ਤੇ ਨਾਲੇ ਇਹਨਾਂ ਨੇਤਾਵਾਂ ਨੂੰ ਅਸੀਂ ਇਹ ਕਹਿਣਾ ਸਿੱਖੀਏ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਆ ਵੀ ਤੁਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਓ, ਕੈਨੇਡਾ ਬਣਾਓ, ਨਿਊਯਾਰਕ ਬਣਾਓ। ਪੰਜਾਬ ਨੂੰ ਪੰਜਾਬ ਹੀ ਰਹਿਣ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ। ਬਹੁਤ ਵਧੀਆ ਗੱਲ। ਹਰਮਨ ਜੀ, ਘਰ ਦੇ ਵਿੱਚ ਜਦੋਂ ਨਿਕਲਦੇ ਹੋ ਮਾਸਕ ਪਾਉਂਦੇ ਕਿ ਨਹੀਂ? ਮੂੰਹ ਤੇ ਪਾਉਂਦੇ ਆ। ਹੁਣ ਤਾਂ ਮਾਸਕ ਦਾ ਫਾਇਦਾ ਬਹੁਤ ਆ। ਉਹ ਕਿਵੇਂ? ਕਿਸੇ ਦੇ ਪੈਸੇ ਦੇਣ ਹੁਣ ਬੰਦਾ ਪਛਾਣਦਾ ਹੀ ਨਹੀਂ। ਕੋਲ ਦੀ ਨਿਕਲ ਜੋ ਐਂ ਕਰਕੇ ਟੌਰ ਦੇ ਨਾਲ ਜੀ, ਬਸ ਬੰਦੇ ਨੂੰ ਪਤਾ ਨਹੀਂ ਲੱਗਦਾ ਕੋਲ ਦੀ ਕੌਣ ਨਿਕਲ ਗਿਆ। ਬਿਲਕੁਲ। ਸੋ ਮਾਸਕ ਦੇ ਕਈ ਲੋਕ ਇਦਾਂ ਦੇ ਫਾਇਦੇ ਵੀ ਲੈ ਰਹੇ ਆ। ਹੈ ਬਿਲਕੁਲ। ਮੈਨੂੰ ਕੱਲ ਇੱਕ ਸੱਜਣ ਮਿਲਿਆ, ਅੱਛਾ ਜੀ, ਕਹਿੰਦਾ ਵੀ ਮੈਂ ਫਲਾਣੀ ਦੁਕਾਨ ਤੋਂ ਉਧਾਰ ਲਿਆ ਸੀਗਾ ਤੇ ਪੈਸੇ ਹਾਲੇ ਮੇਰੇ ਕੋਲੇ ਆਏ ਨਹੀਂ, ਕਹਿੰਦਾ ਮੇਰਾ ਵੀ ਕੰਮ ਛੁੱਟ ਗਿਆ। ਤੇ ਮੈਂ ਕਿਹਾ ਵੀ ਫਿਰ ਤਾਂ ਤੂੰ ਗਲੀ ਬਦਲਣੀ ਹੋਣੀ ਹੈ। ਕਹਿੰਦਾ ਨਾ, ਹਰ ਰੋਜ਼ 3 ਵਾਰੀ ਮੂਹਰ ਦੀ ਲੰਘੀ ਦਾ। ਉਹ ਕਿਵੇਂ? ਉਹਨੂੰ ਪਤਾ ਨਹੀਂ ਲੱਗਦਾ। ਇੱਥੋਂ ਤੱਕ ਆਪਾਂ ਕਰ ਲਈਦਾ ਤੇ ਬਸ ਗੱਲ ਖਤਮ। ਵਾਹ, ਕੀ ਬਾਤ ਹੈ। ਨਵਾਂ ਤਰੀਕਾ ਲੱਭ ਗਿਆ ਆਪਣੇ ਆਪ ਨੂੰ ਲੁਕਾਉਣ ਦੇ ਲਈ। ਬਿਲਕੁਲ ਜੀ। ਤੇ ਮਾਸਕ ਪਾਏ ਤੋਂ ਬਿਨਾਂ ਜੇਕਰ ਤੁਸੀਂ ਪੰਜਾਬ ਦੇ ਵਿੱਚ ਬਾਹਰ ਨਿਕਲਦੇ ਆ, ਤੁਹਾਡਾ ਪੁਲਿਸ ਚਲਾਨ ਕਰਦੀ ਹੈ। ਇਸ ਕਰਕੇ ਮਾਸਕ ਦੀ ਵਰਤੋਂ ਜ਼ਰੂਰ ਕਰੋ, ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹੋ। ਤੇ ਇਸ ਤੋਂ ਇਲਾਵਾ ਤੁਸੀਂ ਜੋ ਵੀ ਬਾਕੀ ਪ੍ਰਬੰਧ ਹੈਗੇ ਆ, ਹਦਾਇਤਾਂ ਜੋ ਸਰਕਾਰ ਨੇ ਜਾਰੀ ਕੀਤੀਆਂ, ਉਹਨਾਂ ਦਾ ਪਾਲਣ ਜ਼ਰੂਰ ਕਰੋ। ਪਰ ਮਾਸਕ ਦੀ ਮੈਂ ਅੱਜ ਇੱਕ ਨਵੀਂ ਖਬਰ ਪੜ੍ਹੀ। ਓਕੇ। ਇੱਕ ਬੰਦੇ ਨੇ ਸੋਨੇ ਦਾ ਮਾਸਕ ਬਣਵਾ ਲਿਆ, ਸੋਨੇ ਦਾ। ਤੇ ਉਹਦੇ ਚ ਸਾਹ ਕਿਵੇਂ? ਮਤਲਬ ਮੋਰੀਆਂ ਕੱਢ ਲਈਆਂ, ਜਿਵੇਂ ਚਾਹ ਪੂਣੀ ਚ ਹੁੰਦੀਆਂ, ਚਾਹ ਛਰਨ ਵਾਲੀ ਚ ਹੁੰਦੀਆਂ ਨੇ ਜਿਵੇਂ, ਹਾਂਜੀ, ਮੋਰੀਆਂ ਕੱਢ ਲਈਆਂ। ਇਹ ਕਿੰਨੇ ਦਾ ਬਣਿਆ ਭਲਾ? 2,99,000 ਦਾ। ਹਾਂ, ਪੈਸੇ ਆਂਦਾ ਯਾਰ ਤਾਂ ਇਦਾਂ ਕਰਦੇ ਆ। ਅੱਛਾ। ਇਹ ਪੁਣੇ ਵਾਲਾ ਦਾ ਸੱਜਣ, ਅੱਛਾ ਜੀ, ਕਹਿੰਦਾ ਵੀ ਮੇਰੇ ਕੋਲੇ ਪੈਸੇ ਆ ਤੇ ਮੈਂ ਸੋਨੇ ਦਾ ਹੈਗਾ ਬਹੁਤ ਸ਼ੌਕੀਨ, ਤੇ ਕਹਿੰਦਾ ਫਿਰ ਆਪਾਂ ਬਣਵਾ ਲਿਆ। ਉਹਨੇ ਐਂ ਚੜਾਇਆ ਮੂੰਹ ਤੇ ਕੁੱਪਾ ਜਾ, ਇਹਦੇ ਵਿੱਚ ਮੋਰੀਆਂ ਐ ਕਰਕੇ, ਤੇ ਕਹਿੰਦਾ ਮੈਨੂੰ ਬਹੁਤ ਪਸੰਦ ਆ ਇਹ। ਬਈ ਕਮਾਲ ਦੇ ਸ਼ੌਂਕ ਹੁੰਦੇ ਨੇ ਨਾ ਕਈਆਂ ਦੇ। ਲੋਕੀ ਅਲੱਗ-ਅਲੱਗ ਤਰ੍ਹਾਂ ਦੇ ਸ਼ੌਂਕ ਪਾਲਦੇ ਨੇ, ਪਰ ਆਹ ਸ਼ੌਂਕ ਤਾਂ ਵਾਕਈ ਬੜਾ ਅਲੱਗ ਜਿਹਾ ਟਾਣਾ ਸਾਹਿਬ। ਇਦਾਂ ਹੀ ਆ। ਤੇ ਇੱਕ ਹੋਰ ਮਾਸਕ ਦੀ ਖਬਰ ਆ ਗਈ ਆ। ਹਾਂਜੀ। ਸੰਗਰੂਰ ਦੇ ਵਿੱਚ ਤਾਂ ਬਾਹਲੀ ਜੱਗੋ-ਤੇਰਵੀਂ ਹੋਈ ਆ। ਉਹ ਕੀ? ਇੱਥੇ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਦੇ ਮੂਹਰੇ ਘਿਰਾਓ ਕਰਨ ਦੇ ਲਈ ਗਏ ਬੇਰੁਜ਼ਗਾਰ ਅਧਿਆਪਕ। ਅੱਛਾ ਜੀ। ਉਹਨਾਂ ਨੇ ਮਾਸਕ ਪਾਏ ਸੀਗੇ, ਪਰ ਪੁਲਿਸ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਲਿਆ। ਕਾਹਦਾ? ਕਹਿੰਦੇ ਵੀ ਤੁਸੀਂ ਮਾਸਕ ਨਹੀਂ ਸੀ ਪਾਏ, ਉਲੰਘਣਾ ਕੀਤੀ ਆ, ਤੁਸੀਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕੀਤਾ। ਅੱਛਾ ਜੀ। ਪਰ ਉਸ ਤੋਂ 2-3 ਦਿਨ ਪਹਿਲਾਂ ਉਸੇ ਪਟਿਆਲਾ ਸ਼ਹਿਰ ਦੇ ਵਿੱਚ ਕਾਂਗਰਸ ਦੇ ਸਮਰਥਕਾਂ ਦੇ ਵੱਲੋਂ ਤੇਲ ਦੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਝੋਟੇ ਦੇ ਮਗਰ ਰੇੜਾ ਜੋੜ ਕੇ ਤੇ ਉੱਤੇ ਖੜ ਕੇ ਤੇ ਕਹਿੰਦੇ ਹਾਏ ਹਾਏ ਲੁੱਟੇ ਗਏ, ਹਾਏ ਹਾਏ। ਕਿਸੇ ਨੇ ਮਾਸਕ ਨਹੀਂ ਪਾਇਆ, ਉਹਨਾਂ ਤੇ ਪਰਚਾ ਨਹੀਂ ਦਰਜ ਹੋਇਆ। ਚਲੋ, ਤਕੜੇ ਦਾ 70ਵੀਂ ਹੀ 100 ਹੁੰਦਾ ਹੈ। ਐਂ ਹੀ ਹੁੰਦਾ। ਹਾਂਜੀ, ਜਿਨ੍ਹਾਂ ਦੀ ਸਰਕਾਰ ਹੈ, ਜੇ ਉਹਨਾਂ ਤੇ ਐ ਕੁਝ ਹੋਣ ਲੱਗ ਗਿਆ ਤਾਂ ਫਿਰ ਉਹਨਾਂ ਨੂੰ ਕੀ ਫਾਇਦਾ ਸਰਕਾਰ ਹੋਣ ਦਾ? ਟਾਣਾ ਸਾਹਿਬ, ਇਹ ਤੁਸੀਂ ਵੇਖੋ ਕਿ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਕਿੱਥੇ ਕਿਵੇਂ ਉੱਡੀਆਂ। ਇਹ ਆਪਾਂ ਪਿਛਲੇ 2 ਮਹੀਨਿਆਂ ਦੀਆਂ ਜੇ ਅਖਬਾਰਾਂ ਫਰੋਲ ਕੇ ਵੇਖ ਲਈਏ ਤਾਂ ਸਾਰਾ ਕੁਝ ਸਾਫ਼ ਹੋ ਜਾਊਗਾ। ਮੈਂ ਤਾਂ ਬਹੁਤ ਹੀ ਚਿੰਤਤ ਹੋ ਗਿਆ। ਨਾ ਝੋਟੇ ਦੇ ਮਾਸਕ ਪਾਇਆ ਤੇ ਨਾ ਕੁਝ ਕੁ ਬੰਦੇ ਹੋਰ ਸੀਗੇ ਉਹਨਾਂ ਨੇ ਪਾਇਆ ਸੀ, ਭਾਵੇਂ ਇੱਕੋ ਜਿਹੇ ਸਾਰੇ। ਪਰ ਮੈਂ ਦੁੱਖ ਬਹੁਤ ਹੋਇਆ ਮੈਨੂੰ। ਮੈਂ ਕਿਹਾ ਵੀ ਦੇਖੋ, ਇੱਕ ਤੋਂ ਦੂਜੀ ਥਾਂ ਤੱਕ ਵਾਇਰਸ ਫੈਲ ਜਾਂਦਾ ਜੀ। ਇਹ ਸਰਕਾਰ ਹੀ ਕਹਿੰਦੀ ਆ। ਪਰ ਮੈਨੂੰ ਨਾ ਇੱਕ ਚੀਜ਼ ਟਾਣਾ ਸਾਹਿਬ ਇੱਥੇ ਮੈਂ ਜ਼ਰੂਰ ਸਾਫ਼ ਕਰਨਾ ਚਾਹੁੰਦੀ ਆ। ਸਾਡੇ ਲੋਕ ਜਦ ਤੱਕ ਇਹ ਵਤੀਰਾ ਅਪਣਾਉਂਦੇ ਰਹਿਣਗੇ ਵੀ ਹੈ ਨਹੀਂ ਕੁਝ ਵੀ, ਕਰੋਨਾ ਸਭ ਟਕਵਾਂਜ ਨੇ, ਐਵੇਂ, ਬਿਲਕੁਲ ਸਹੀ ਗੱਲ ਆ, ਹਨਾ, ਉਦੋਂ ਤੱਕ ਕਰੋਨਾ ਕਦੇ ਮੁੱਕ ਹੀ ਨਹੀਂ ਸਕਦਾ। ਕਈ ਸਾਥੀਆਂ ਨੂੰ ਕਹੀਦਾ ਵੀ ਕਰੋਨਾ ਹੈਗਾ, ਥੋੜਾ ਜਿਹਾ ਸੰਭਲ ਕੇ। ਕਿਹੜਾ ਕਰੋਨਾ? ਉਹ ਐਵੇਂ ਸਰਕਾਰਾਂ ਡਰਾਮੇ ਕਰਦੀਆਂ, ਉਹ ਕੱਖ ਨਹੀਂ ਹੈਗਾ, ਉਹ ਸਾਡੇ ਪਿੰਡ 'ਚ ਕੋਈ ਨਹੀਂ ਹੈਗਾ, ਬੰਦਾ ਬੁਖਾਰ ਚੜਦਾ ਠੀਕ ਹੋ ਜਾਂਦਾ। ਮੈਂ ਕਿਹਾ ਵੀ ਤੁਸੀਂ ਏਦਾਂ ਨਾ ਕਰੋ, ਟਿਚਰਾ ਨਾ ਕਰੋ, ਤੁਸੀਂ ਆਪਦਾ ਬਚਾਅ ਆਪ ਹੀ ਰੱਖਣਾ। ਬਾਅਦ ਦੇ ਵਿੱਚ ਕਵਾਂਗੇ ਕੈਪਟਨ ਸਰਕਾਰ ਨਹੀਂ ਚੰਗੀ, ਬਾਦਲ ਸਰਕਾਰ ਨਹੀਂ ਸੀ ਚੰਗੀ, ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਆਪਾਂ ਇਹ ਸੋਚੀਏ ਜੋ ਉਹਨਾਂ ਨੇ ਕਿਹਾ ਉਹ ਆਪਾਂ ਕੀਤਾ। ਬਿਲਕੁਲ ਸਹੀ। ਤੁਸੀਂ ਵੇਖੋ, ਆਪਣੀ ਸਿਹਤ ਆਪਣੇ ਹੱਥ ਦੇ ਵਿੱਚ ਹੈ। ਸਾਡਾ ਅਸਲ ਦੇ ਵਿੱਚ ਜਿਹੜੀ ਬਿਮਾਰੀ ਹੈ, ਜੇਕਰ ਤੁਹਾਡੀ ਰੋਗ ਪ੍ਰਤੀਰੋਧਕ ਸ਼ਮਤਾ ਯਾਨੀ ਕਿ ਇਮਿਊਨ ਸਿਸਟਮ ਜੇਕਰ ਤੁਹਾਡਾ ਸਟਰੋਂਗ ਹੈ, ਤਿੱਖਾ ਹੈ, ਤਾਂ ਫਿਰ ਤੁਸੀਂ ਇਸ ਬਿਮਾਰੀ ਨਾਲ ਲੜ ਪਾਉਂਦੇ ਹੋ ਜੇ ਕਿਤੇ ਹੋ ਵੀ ਜਾਵੇ। ਕਿਉਂਕਿ ਮੈਂ WHO ਦੀ ਇੱਕ ਰਿਪੋਰਟ
ਰਿਪੋਰਟ ਪੜ੍ਹ ਰਹੀ ਸੀ ਟਾਣਾ ਸਾਹਿਬ, ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਬਹੁਤੀ ਵਾਰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਕਰੋਨਾ ਹੋਇਆ ਹੈ, ਪਰ ਉਹਦਾ ਸਰੀਰ ਸਮਰੱਥ ਹੁੰਦਾ ਉਹਦੇ ਨਾਲ ਲੜਨ ਦੇ ਲਈ, ਤੇ ਇਸ ਲਈ ਉਹ ਠੀਕ ਹੋ ਜਾਂਦਾ ਹੈ ਨਾ। ਸੋ ਅਸੀਂ ਹਲਕੇ ਦੇ ਵਿੱਚ ਇਸ ਗੱਲ ਨੂੰ ਬਿਲਕੁਲ ਨਾ ਲਈਏ। ਕਰੋਨਾ ਇੱਕ ਵਾਇਰਸ ਹੈ ਜੋ ਫੈਲਦਾ ਹੈ ਤੇ ਉਸ ਤੋਂ ਖਿਆਲ ਰੱਖਣ ਦੀ ਜ਼ਰੂਰਤ ਹੈ। ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਜੀ, ਪਰ ਦੋ ਤਿੰਨ ਗੱਲਾਂ ਦਾ ਖਿਆਲ ਰੱਖਣਾ। ਓਕੇ, WHO ਨੂੰ ਅਸੀਂ ਵਿਸ਼ਵ ਸਿਹਤ ਸੰਗਠਨ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਤੇ ਰੋਗਾਂ ਨਾਲ ਲੜਨ ਦੀ क्षमता ਨਹੀਂ ਹੁੰਦੀ, ਇਹ ਸਮਰੱਥਾ ਹੁੰਦੀ ਹੈ। ਅੱਛਾ, ਹਿੰਦੀ ਤੇ ਅੰਗਰੇਜ਼ੀ ਦਾ ਮਿਲਗੋਭਾ ਨਹੀਂ ਕਰਨਾ, ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ। ਬਿਲਕੁਲ ਕਰਨਾ। ਹਾਂ, ਠੱਗੀ ਵੱਜ ਗਈ, ਠੱਗੀ ਕਿਹਦੇ ਨਾਲ? ਬੰਦੇ ਨਾਲ, ਹੋਰ ਕਿਹਦੇ ਨਾਲ? ਨਹੀਂ ਪਰ ਕਾਦੀ ਠੱਗੀ ਕਿਵੇਂ ਵੱਜੀ, ਕਿੱਥੇ ਵੱਜੀ? ਠੱਗੀ ਕਾਰੀ ਹੁੰਦੀ ਵੈਸੇ? ਠੱਗੀ ਕਈ ਤਰੀਕੇ ਦੀ ਹੁੰਦੀ ਟਾਣਾ ਸਾਹਿਬ। ਕਾਦੀ? ਦੇਖੋ, ਕਈ ਵਾਰ ਲੋਕਾਂ ਨਾਲ ਪੈਸੇ ਦੀ ਠੱਗੀ ਵੱਜਦੀ ਹੈ, ਕਈ ਵਾਰ ਲੋਕਾਂ ਨਾਲ ਜਿਹੜੀ ਜ਼ਮੀਨ ਜਾਇਦਾਦ ਉਹਦੇ 'ਚ ਠੱਗੀ ਵੱਜਦੀ ਹੈ, ਕਈ ਵਾਰ ਲੋਕਾਂ ਨਾਲ ਗਹਿਣਿਆਂ ਦੀ ਠੱਗੀ ਵੱਜਦੀ ਹੈ, ਕਈ ਵਾਰ ਵੈਸੇ ਕਿਸੇ ਨੇ ਪੈਸੇ ਦੇਣੇ ਹੋਣ ਤੇ ਬੰਦਾ ਜਿਹੜਾ ਗੇੜੀ ਹੋ ਜਾਵੇ ਫੇਰ ਠੱਗੀ ਵੱਜਦੀ ਹੈ। ਸੋ ਆਹ ਕਿਹੜੀ ਠੱਗੀ ਦੀ ਗੱਲ ਕਰ ਰਹੇ ਹੋ ਤੁਸੀਂ? ਜਿੰਨੀਆਂ ਵੀ ਗੱਲਾਂ ਕਹੀਆਂ ਵੀ ਠੱਗੀ ਐ ਵੀ ਹੁੰਦੀ, ਠੱਗੀ ਐ ਵੀ ਹੁੰਦੀ, ਉਹਦਾ ਸਿੱਧਾ ਸਬੰਧ ਤਾਂ ਪੈਸੇ ਨਾਲ ਹੀ ਆ। ਹੁਣ ਮੈਂ ਆਪਣੀ ਗੱਲ ਨੋਟਾਂ ਦੇ ਨਾਲ ਹੀ ਆ। ਦੇਖੋ, ਜ਼ਮੀਨ ਜਾਇਦਾਦ ਜਦੋਂ ਠੱਗੀ ਜਾਂਦੀ ਆ ਫੇਰ ਵੀ ਆਰਥਿਕਤਾ ਤੇ ਗੱਲ ਆਉਂਦੀ ਆ। ਜਦੋਂ ਸੋਨਾ ਲੁੱਟਿਆ ਜਾਵੇ ਫੇਰ ਆਰਥਿਕਤਾ ਤੇ ਗੱਲ ਆਉਂਦੀ ਆ। ਆਪਾਂ ਇਹੀ ਕਹਿੰਦੇ ਆ ਨਾ, ਬਾਜ਼ਾਰ ਦੇ ਵਿੱਚ ਕੀਮਤ 2 ਲੱਖ ਰੁਪਈਆ ਸੀ ਸੋਨੇ ਦੀ, ਮਤਲਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਟਾਣਾ ਸਾਹਿਬ, ਹੁਣ ਮੈਂ ਆਪਣੀ ਗੱਲ ਨੂੰ ਸਹੀ ਨਾ ਸਾਬਤ ਕਰਾਂ, ਮਤਲਬ ਜਿਹੜੀ ਮੈਂ ਤੁਸੀਂ ਕਹਿ ਕਰ ਨਹੀਂ ਦਿੱਤੀ। ਸਕਦੇ। ਇਸ ਗੱਲ ਦੇ ਵਿੱਚ ਤੱਤ ਨਹੀਂ ਸੀ, ਤੱਥਾਂ ਤੋਂ ਸਖਣੀ ਸੀ। ਤੱਤ ਨਹੀਂ, ਤੱਤ ਵੀ ਹੁੰਦਾ, ਗੱਲ ਦੇ ਵਿੱਚੋਂ ਤੱਤ ਨਹੀਂ ਵਰਨਾ ਚਾਹੀਦਾ, ਅੱਛਾ ਤੇ ਜੀ। ਗੱਲ ਦੇ ਵਿੱਚੋਂ ਤੱਥ ਗਾਇਬ ਨਹੀਂ ਹੋਣਾ ਚਾਹੀਦਾ। ਅੱਛਾ ਠੀਕ ਆ, ਪਰ ਠੱਗੀ ਕਿਹਦੇ ਨਾਲ ਵੱਜੀ? ਇਹ ਜੀ ਪਟਿਆਲੇ ਦੇ ਵਿੱਚ ਇੱਕ ਸੱਜਣ ਦੇ ਨਾਲ ਵੱਜੀ ਆ ਜੀ। ਇਸ ਸੱਜਣ ਦੀ ਤਾਲਾਬੰਦੀ ਦੇ ਮੌਕੇ ਪਤਨੀ ਦੀ ਮੌਤ ਹੋ ਗਈ। ਅੱਛਾ। ਤੇ ਉਸ ਤੋਂ ਬਾਅਦ ਇਹ ਵਿਚਾਰਾ ਉਦਾਸ ਤਾਂ ਹੋਣਾ ਹੀ ਆ, ਜਿਹਦੇ ਘਰ ਦੇ ਵਿੱਚ ਇਹ ਕੁਝ ਵਾਪਰੇ ਤੇ ਉਹ ਬੰਦਾ ਉਦਾਸ ਹੁੰਦਾ। ਬਿਲਕੁਲ। ਹੁਣ ਇਹ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਤੇ ਵਾਪਸ ਆ ਰਿਹਾ ਸੀ, ਚਿੱਟੇ ਰੰਗ ਦੀ ਇੱਕ ਕਾਰ ਕੋਲੇ ਆ ਕੇ ਰੁਕਦੀ, ਚੂ ਅੱਛਾ ਜੀ। ਬ੍ਰੇਕ ਮਾਰਦੇ ਆ। ਉਹਦੇ ਚ 2 ਔਰਤਾਂ, ਇੱਕ ਚਲਾਉਣ ਵਾਲਾ ਮੁੰਡਾ। ਉਹ ਕਹਿੰਦੇ, ਭਾਈ ਸਾਹਿਬ ਬਹੁਤ ਮਾੜਾ ਹੋਇਆ ਜੋ ਭੈਣ ਜੀ ਦੀ ਮੌਤ ਹੋਈ ਆ, ਤੁਹਾਡੇ ਹੀ ਘਰ ਵਾਲੇ ਚੱਲੇ ਸੀ ਅਫਸੋਸ ਕਰਨ, ਤੇ ਤੁਸੀਂ ਇੱਥੇ ਫਿਰਦੇ ਹੋ, ਆਜੋ ਆਪਾਂ ਤੁਸੀਂ ਨਾਲ ਹੀ ਬਹਿ ਜਾਓ। ਫਿਰ ਉਹ ਬੰਦਾ ਕਹਿੰਦਾ ਵੀ ਮੈਂ ਤੁਹਾਨੂੰ ਪਛਾਣਿਆ ਨਹੀਂ, ਕਿਉਂਕਿ ਤਿੰਨਾਂ ਨੇ ਮਾਸਕ ਪਾਏ ਸੀ। ਉਹ ਤਿੰਨੇ ਜਣੇ ਕਹਿੰਦੇ ਵੀ ਹੁਣ ਤੁਹਾਨੂੰ ਪਛਾਣਨ ਦੀ ਲੋੜ ਆ, ਸਾਨੂੰ ਤੁਸੀਂ ਐ ਕਹੋਗੇ। ਉਹਨੂੰ ਗੱਲਾਂ ਬਾਤਾਂ ਦੇ ਵਿੱਚ ਇਹੋ ਜਿਹਾ ਉਲਝਾਇਆ ਤੇ ਉਹ ਵਿਚਾਰਾ ਨਾਲ ਬਹਿ ਗਿਆ। ਅੱਛਾ ਜੀ। ਥੋੜੀ ਜੀ ਵਾਟ ਤੇ ਗਏ ਤੇ ਗੱਡੀ ਇੱਧਰ ਜਾਣ ਦੀ ਥਾਂ ਦੇ ਉੱਤੇ ਐ ਨੂੰ ਮੋੜ ਲਈ। ਅੱਛਾ ਜੀ। ਉਹ ਕਹਿੰਦਾ ਵੀ ਆਪਣਾ ਘਰ ਤਾਂ ਉਧਰ ਨੂੰ, ਤੁਸੀਂ ਐ ਨੂੰ ਕਾਹਤੋਂ ਮੋੜ ਲਈ? ਇੱਕ ਔਰਤ ਨੇ ਨਾ ਉਲਟੀ ਕਰਨ ਦਾ ਡਰਾਮਾ ਜਿਹਾ ਕੀਤਾ, ਉਹ ਕਰਕੇ ਤੇ ਦੂਜੀ ਜਣੀ ਉਹਨੂੰ ਚੁੰਬੜ ਗਈ, ਬੰਦੇ ਨੂੰ। ਅੱਛਾ ਜੀ। ਤੇ ਉਸ ਤੋਂ ਬਾਅਦ ਬੰਦੇ ਨੂੰ ਲੱਗਿਆ ਵੀ ਮੇਰੇ ਨਾਲ ਕੁਝ ਗਲਤ ਹੋ ਗਿਆ। ਉਹਨੂੰ ਧੱਕਾ ਦੇ ਕੇ ਤੇ ਗੱਡੀ ਦੇ ਵਿੱਚੋਂ ਬਾਹਰ ਕੱਢਤਾ। ਅੱਛਾ ਜੀ। ਤੇ ਗੱਡੀ ਭਜਾ ਕੇ ਲੈ ਗਏ। ਉਹ ਬੰਦੇ ਨੇ ਪਹਿਲਾਂ ਆਪਦਾ ਮੋਬਾਈਲ ਦੇਖਿਆ, ਆਪਦਾ ਪਰਸ ਦੇਖਿਆ। ਉਹਨੇ ਆਖਿਆ ਵੀ ਕੁਝ ਨਾ ਕੁਝ ਗਲਤ ਤਾਂ ਹੋਇਆ, ਤੇ 2 ਤੋਲੇ ਦਾ ਕੜਾ ਲੈ ਕੇ ਤੇ ਫੁਰ ਹੋ ਗਏ। ਮਤਲਬ ਇਹ ਆ ਵੀ ਹੈ ਤਾਂ ਕੋਈ ਭੇਤੀ, ਜਿਨ੍ਹਾਂ ਨੂੰ ਇਹ ਪਤਾ ਸੀ ਵੀ ਇਹਦੀ ਪਤਨੀ ਦੀ ਮੌਤ ਹੋਈ ਆ, ਜਿਨ੍ਹਾਂ ਨੂੰ ਇਹ ਵੀ ਪਤਾ ਸੀ ਵੀ ਅੱਜ ਇਹ ਗੁਰਦੁਆਰਾ ਸਾਹਿਬ ਆਇਆ, ਜਿਨ੍ਹਾਂ ਨੂੰ ਇਹ ਵੀ ਪਤਾ ਸੀਗਾ ਵੀ ਇਹਦੇ ਕੜਾ ਪਾਇਆ ਤੇ ਇਹਦੇ ਕੋਲੇ ਆ ਚੀਜ਼ ਹੋਊਗੀ, ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਵੀ ਗੱਡੀ ਨੂੰ ਇਸ ਦਿਸ਼ਾ ਵੱਲ ਲੈ ਕੇ ਜਾਏਗੇ ਤੇ ਇਹ ਤਾਂ ਗੱਡੀ 'ਚ ਬੈਠੂਗਾ, ਇਹਨੂੰ ਤਾਂ ਲੱਗੂਗਾ ਵੀ ਇਹ ਸਾਡੇ ਕੋਈ ਜੀ ਆ ਅੱਗੋਂ ਪਿੱਛੋਂ, ਜਿਨ੍ਹਾਂ ਨੂੰ ਅਸੀਂ ਘੱਟ ਮਿਲਦੇ ਹੋਵਾਂਗੇ। ਜੀ ਜੀ ਜੀ। ਤੁਸੀਂ ਵੇਖੋ ਟਾਣਾ ਸਾਹਿਬ, ਜਦੋਂ ਵੀ ਕਿਸੇ ਦੇ ਘਰ 'ਚ ਚੋਰੀ ਹੁੰਦੀ ਹੈ, ਠੱਗੀ ਵੱਜਦੀ ਹੈ, ਤੇ ਉਹ ਬੰਦਾ ਜ਼ਿਆਦਾ ਵਾਰੀ ਭੇਤੀ ਹੀ ਨਿਕਲਦਾ ਹੈ ਨਾ, ਕਿਉਂਕਿ ਇਹ ਬੰਦਾ ਜਿਹੜਾ ਉਹ ਵੇਖਦਾ ਰਹਿੰਦਾ, ਕਿਉਂਕਿ ਕਿਸੇ ਨੂੰ ਬਗਾਨੇ ਨੂੰ ਕੀ ਪਤਾ ਵੀ ਕਿਸੇ ਦੇ ਘਰ ਕੀ ਵਾਪਰਿਆ ਹੈ, ਕਿਹਦੇ ਕੋਲ ਕੀ ਆ ਕੀ ਨਹੀਂ ਆ। ਇਹ ਭੇਤੀ ਹੀ ਕਰਦੇ ਨੇ ਸਾਰਾ ਕੁਝ। ਪਰ ਆ ਉਹੀ ਗੱਲ ਹੋਈ ਵੀ ਮਾਸਕ ਜਿਹੜੇ ਉਹ ਇਦਾਂ ਵੀ ਵਰਤਣ ਲੱਗ ਗਏ ਨੇ ਲੋਕ, ਵੀ ਪਛਾਣ 'ਚ ਹੀ ਨਾ ਆਓ ਤੁਸੀਂ ਤੇ ਇਦਾਂ ਦੀਆਂ ਠੱਗੀਆਂ ਮਾਰੀ ਚੱਲੋ, ਹਨਾ। ਬਹੁਤ ਮਾੜੀ ਗੱਲ ਹੈ ਇਹ। ਸੋ ਠੱਗੀ ਦੇ ਇਹਨਾਂ ਤਰੀਕਿਆਂ ਤੋਂ ਬਚਣ ਦੀ ਲੋੜ ਆ। ਆਪਣੇ ਪਹਿਲਾਂ ਚਿਹਰਿਆਂ ਤੋਂ ਮਾਸਕ ਲੁਹਾ ਕੇ ਦੇਖ ਲਿਆ ਕਰੋ। ਜੇ ਕੋਈ ਬੰਦਾ ਕਹੇ ਨਾ ਮੇਰੇ ਨਾਲ ਮਗਰ ਮੋਟਰਸਾਈਕਲ ਤੇ ਬਹਿ ਜਾ, ਤੇ ਤੁਸੀਂ ਪਹਿਲਾਂ ਮਾਸਕ ਲੁਹਾ ਕੇ ਦੇਖ ਲਓ ਭਾਈ ਵੀ ਬੰਦਾ ਹੈ ਕੌਣ। ਜੀ। ਤੇ ਲੱਖ ਕੋਈ ਇਹ ਕਹਿੰਦਾ ਰਹੇ ਵੀ ਤੁਸੀਂ ਭੁੱਲ ਗਏ ਹੋਵੋਗੇ, ਆਪਾਂ ਫਲਾਣੀ ਥਾਂ ਮਿਲੇ ਸੀ, ਮੈਂ ਤਾਂ ਕਹਿ ਦੋ ਵੀ ਹਾਂ ਮੈਂ ਭੁੱਲ ਗਿਆ, ਮੈਨੂੰ ਬਿਲਕੁਲ ਨਹੀਂ ਚੇਤੇ ਆਇਆ, ਦੱਸ ਦਿਓ। ਜਿਹਨੂੰ ਤੁਸੀਂ ਨਹੀਂ ਪਛਾਣਦੇ, ਵੈਸੇ ਤਾਂ ਅੱਜ ਕੱਲ ਜਿਹੜਾ ਮਾਹੌਲ ਹੈ ਉਹ ਪਛਾਣ ਵਾਲੇ ਨਾਲ ਵੀ ਬਹਿਣ ਦਾ ਹੈ ਨਹੀਂ ਗਾ, ਮੈਂ ਐਵੇਂ ਕਵਾਂ, ਕਿਉਂਕਿ ਕੋਈ ਪਤਾ ਨਹੀਂ ਤੁਹਾਡੇ ਨਾਲ ਕੀ ਵਾਪਰ ਜੇ, ਹਨਾ। ਪਰ ਜੇ ਬਹੁਤੀ ਗੱਲ ਆ ਤਾਂ ਜਿਹਨੂੰ ਤੁਸੀਂ ਬਿਲਕੁਲ ਨਹੀਂ ਪਛਾਣ ਪਾ ਰਹੇ, ਉਹਦੇ ਨਾਲ ਤਾਂ ਗੱਲਬਾਤ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਬੰਦੇ ਨੂੰ ਬਿਲਕੁਲ ਸਪਸ਼ਟ ਹੋ ਜਾਣਾ ਚਾਹੀਦਾ। ਜੇ ਕੋਈ ਕਵੇ ਮੈਨੂੰ ਪਛਾਣਨ ਕੋਈ ਨਹੀਂ, ਆਪਾਂ ਮਿਲੇ ਸੀ, ਯਾਦ ਨਹੀਂ, ਚੇਤੇ ਕਰੋ ਆਪਾਂ ਗਮਦੂਰ ਸਿੰਘ ਨਾਲ ਮਿਲੇ ਸੀ, ਕੌਣ ਗਮਦੂਰ? ਜੇ ਨਹੀਂ ਚੇਤੇ ਆਉਂਦਾ ਤਾਂ ਫਿਰ ਇਦਾਂ ਦੀਆਂ ਗੱਲਾਂ ਕਰੋ। ਤੇ ਜੇ ਕਿਤੇ ਆਪਾਂ ਸੋਚਣ ਲੱਗ ਗਏ ਵੀ ਹਾਂ ਹੋਊਗਾ, ਫਿਰ ਗਮਦੂਰ ਤਾਂ ਆਪਾਂ ਨੂੰ ਸ਼ਾਇਦ ਮਿਲਿਆ ਹੋਵੇ, ਤੇ ਫਿਰ ਇਦਾਂ ਹੀ ਕਰ ਜਾਂਦੇ ਆ। ਜੀ, ਕਿਉਂਕਿ ਇਹ ਲੋਕ ਬਹੁਤ ਸ਼ਾਤਰ ਹੁੰਦੇ ਨੇ, ਇਹਨਾਂ ਨੂੰ ਪਤਾ ਹੁੰਦਾ ਵੀ ਗੱਲਾਂ 'ਚ ਕਿਵੇਂ ਭਰਮਾਉਣਾ ਕਿਸੇ ਨੂੰ। ਤੇ ਬਾਕੀ ਹੁਣ ਆਪਾਂ ਚੱਲੀਏ। ਬਿਲਕੁਲ ਜੀ। ਸਾਡੇ ਜਾਣ ਦਾ ਹੋ ਗਿਆ ਵੇਲਾ ਜੀ, ਤੇ ਕੱਲ ਨੂੰ ਫਿਰ ਤੋਂ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਅਸੀਂ ਹਾਜ਼ਰ ਹੋਵਾਂਗੇ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।